ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੋਂਦਵਾਲ ਸੋਭਾ ਨਿਰਖ ਸ਼ੇਖਨ ਰਹੇ ਨਿਕੇਤ। ਅਕਬਰ ਸਾਥ ਰਹਿਤ ਵਹੀ ਸਭ ਭਾਇਨ ਸਮੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਾਡੇ ਵੱਡੇ ਭਾਗ ਨੇ ਜੋ ਰਾਤਰੀ ਦੇ ਦੀਵਾਨ 'ਚ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਭੈਰੋਂ ਰਾਗ 'ਚੋਂ ਇਹ ਪਾਵਨ ਬਚਨ ਸਾਜ ਪਦਾਰਥ ਗੁਰਮੁਖ ਰਹੋ ਪ੍ਰਭ ਕਾ ਭਾਣਾ ਸਤ ਕਾ ਸਹੋ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਹੋ ਕਲਯੁਗ ਮੈਂ ਇੱਕ ਨਾਮ ਉਧਾਰ ਬੋਲੇ ਨਾਨਕ ਬ੍ਰਹਮ ਵਿਚਾਰ। ਸਤਿਗੁਰੂ ਸਾਹਿਬ ਜੀ ਸਾਨੂੰ ਮਨੁੱਖਾਂ ਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਇਸ ਕਲ ਕਲੇਸ਼ ਭਰੇ ਸੰਸਾਰ ਦੇ ਵਿੱਚ ਮਨੁੱਖ ਦੇ ਉਧਾਰ ਦਾ ਜਾਂ ਦੁੱਖਾਂ ਤੋਂ ਮੁਕਤੀ ਦਾ ਇੱਕੋ ਇੱਕ ਸਾਧਨ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਨੂੰ ਨਿਤ ਜਪਦਿਆਂ ਹੋਇਆਂ ਆਤਮਿਕ ਆਨੰਦ ਨੂੰ ਮਾਣੋ, ਪਰਮਾਤਮਾ ਦੀ ਰਜ਼ਾ 'ਚ ਰਹੋ। ਹਰ ਰੋਜ਼ ਉੱਠ ਕੇ ਰਾਮ ਰਸਾਇਣ ਨਿਤ ਉੱਠ ਪੀਓ। ਵਾਹਿਗੁਰੂ ਜੀ ਦੇ ਨਾਮ ਦੀ ਜੋ ਰਸਾਇਣ ਰਸਾਂ ਦਾ ਜੋ ਘਰ ਹੈ ਪਰਮਾਤਮਾ ਦਾ ਨਾਮ, ਉਹਨੂੰ ਨਿਤ ਉੱਠ ਕੇ ਪੀਓ। ਪਰਮਾਤਮਾ ਦੀ ਕੀਰਤੀ ਗੁਰਬਾਣੀ 'ਚ ਬੇਅੰਤ ਥਾਵਾਂ 'ਤੇ ਕੀਤੀ ਹੈ। ਜਦੋਂ ਅਸੀਂ ਸ੍ਰੀ ਜਾਪ ਸਾਹਿਬ ਜੀ ਦਾ ਪਾਠ ਕਰਦੇ ਹਾਂ ਉੱਥੇ ਪਰਮਾਤਮਾ ਦੇ ਬੇਅੰਤ ਕਰਮ ਨਾਮ ਸਤਿਗੁਰੂ ਜੀ ਨੇ ਵਰਣਨ ਕੀਤੇ ਨੇ। ਇੱਕ ਥਾਂ 'ਤੇ ਆਉਂਦਾ ਹੈ ਗੁਰੂ ਕਾ ਬਚਨ ਕਿ ਆਜ਼ਾਦ ਹੈ ਆਜ਼ਾਦ ਹੈ, ਕਿ ਪਰਮਾਤਮਾ ਆਜ਼ਾਦ ਹੈ। ਅੱਜ ਭਾਰਤ ਦੇ ਲੋਕੀ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਨੇ। ਪਰਮਾਤਮਾ ਆਜ਼ਾਦ ਹੈ ਅਤੇ ਪਰਮਾਤਮਾ ਦਾ ਬਣਾਇਆ ਹਰ ਮਨੁੱਖ ਆਜ਼ਾਦ ਰਹਿਣਾ ਚਾਹੀਦਾ ਹੈ। ਪਰਮਾਤਮਾ ਨੇ ਜਦੋਂ ਮਨੁੱਖ ਨੂੰ ਧਰਤੀ 'ਤੇ ਭੇਜਿਆ, ਜਿਹੜੀਆਂ ਚਾਰ ਬੇਅੰਤ ਦਾਤਾਂ ਵੈਸੇ ਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਪਰ 1960 ਵਿੱਚ UN ਨੇ ਇੱਕ ਮਤਾ ਪਾਸ ਕਰਕੇ ਦੁਨੀਆ ਦੇ ਸਾਰੇ ਕੰਟਰੀਜ਼ ਨੂੰ ਮੁਲਕਾਂ ਨੂੰ ਇੱਕ ਹਦਾਇਤ ਕੀਤੀ ਕਿ ਹਰ ਮਨੁੱਖ ਨੂੰ ਜ਼ਿੰਦਗੀ ਰੱਬ ਨੇ ਦਿੱਤੀ ਹੋਈ ਹੈ, ਹਰ ਮਨੁੱਖ ਨੂੰ ਆਜ਼ਾਦੀ ਰੱਬ ਨੇ ਦਿੱਤੀ ਹੋਈ ਹੈ, ਹਰ ਮਨੁੱਖ ਨੂੰ ਬਰਾਬਰਤਾ ਦਾ ਅਧਿਕਾਰ ਰੱਬ ਨੇ ਦਿੱਤਾ ਹੋਇਆ ਹੈ। ਅਤੇ ਇਸੇ ਤਰੀਕੇ ਦੇ ਨਾਲ ਹਰ ਮਨੁੱਖ ਨੂੰ ਜਿਹਨੂੰ ਆਪਾਂ ਸੈਲਫ ਰਿਸਪੈਕਟ ਕਹਿੰਦੇ ਹਾਂ, ਸਵੈਮਾਨ ਪਰਮਾਤਮਾ ਦਾ ਦਿੱਤਾ ਹੋਇਆ ਹੈ। ਔਰ ਸਾਰੇ ਕੰਟਰੀਆਂ ਦਾ ਇਹ ਫਰਜ਼ ਬਣਦਾ ਹੈ ਹਰ ਮਨੁੱਖ ਦੀ ਜ਼ਿੰਦਗੀ, ਹਰ ਮਨੁੱਖ ਲਈ ਬਰਾਬਰਤਾ, ਹਰ ਮਨੁੱਖ ਦੇ ਆਜ਼ਾਦੀ ਅਤੇ ਹਰ ਮਨੁੱਖ ਦਾ ਆਤਮ ਸਨਮਾਨ ਜਿਹੜਾ ਕਾਇਮ ਰੱਖਿਆ ਜਾਏ। ਦੁਨੀਆ ਦੇ ਕਿੰਨੇ ਕੁ ਮੁਲਕਾਂ ਨੇ ਗੱਲ ਨੂੰ ਮੰਨਿਆ, ਇਹ ਤਾਂ ਗੱਲ ਇੱਕ ਵੱਖਰੀ ਹੈ ਜਾਂ ਕਿੰਨੇ ਮੰਨਦੇ ਨੇ। ਇੱਕ ਜ਼ਿਆਦਾਤਰ ਆਪਾਂ ਦੇਖਦੇ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਹੈ, ਪਰ ਗਰੀਬਾਂ ਨੂੰ ਪਤਾ ਹੀ ਨਹੀਂ ਆਜ਼ਾਦੀ ਕੀ ਹੈ। ਜਿਸ ਮੁਲਕ ਵਿੱਚ ਲੋਕਾਂ ਨੂੰ ਆਪਣੇ ਅਧਿਕਾਰ ਲੈਣ ਦੇ ਲਈ ਡਾਂਗਾਂ ਖਾਣੀਆਂ ਪੈਣ, ਡਾਕਟਰਾਂ ਨੂੰ ਡਾਂਗਾਂ ਖਾਣੀਆਂ ਪੈਣ, ਨਰਸਾਂ ਨੂੰ ਡਾਂਗਾਂ ਖਾਣੀਆਂ ਪੈਣ, ਟੀਚਰਾਂ ਨੂੰ ਡਾਂਗਾਂ, ਕਿਸਾਨਾਂ ਨੂੰ ਡਾਂਗਾਂ ਖਾਣੀਆਂ ਪੈਣ, ਵਪਾਰੀਆਂ ਨੂੰ ਡਾਂਗਾਂ ਖਾਣੀਆਂ ਪੈਣ, ਜਿਸ ਮੁਲਕ ਦੇ ਵਿੱਚ ਕੋਈ ਕੰਮ ਕਰਨ ਦੇ ਲਈ ਰਿਸ਼ਵਤ ਦੇਣੀ ਪਏ, ਉਸ ਮੁਲਕ ਨੂੰ ਆਜ਼ਾਦ ਅਸੀਂ ਕਿਸ ਪੱਖ ਤੋਂ ਕਹਿ ਸਕਦੇ ਹਾਂ? ਆਜ਼ਾਦੀ ਦਾ ਅਰਥ ਪਾਵਰ ਟਰਾਂਸਮਿਸ਼ਨ ਨਹੀਂ ਹੁੰਦਾ ਕਿ ਇੱਕ ਗਏ ਨੇ ਦੂਜਿਆਂ ਕੋਲ ਪਾਵਰ ਆ ਗਈ। ਆਜ਼ਾਦੀ ਦਾ ਅਰਥ ਹੁੰਦਾ ਕਿ ਹਰ ਮਨੁੱਖ ਨੂੰ ਬੋਲਣ ਦਾ ਅਧਿਕਾਰ ਹੋਏ। ਗੁਰਮਤਿ ਨੇ ਪਰਮਾਤਮਾ ਨੂੰ ਆਜ਼ਾਦ ਕਿਹਾ ਹੈ ਅਤੇ ਗੁਰਮਤਿ ਨੇ ਮਨੁੱਖਤਾ ਦੀ ਆਜ਼ਾਦੀ ਲਈ ਕੰਮ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਸਾਰੀ ਜ਼ਿੰਦਗੀ ਮਨੁੱਖਤਾ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ। ਸਤਿਗੁਰੂ ਜੀ ਨੇ ਆਰਥਿਕ ਆਜ਼ਾਦੀ ਦੇ ਲਈ, ਸਤਿਗੁਰੂ ਜੀ ਨੇ ਮਾਨਸਿਕ ਆਜ਼ਾਦੀ ਦੇ ਲਈ, ਸਤਿਗੁਰੂ ਜੀ ਨੇ ਰਾਜਨੀਤਿਕ ਆਜ਼ਾਦੀ ਦੇ ਲਈ ਬਹੁਤ ਵੱਡਾ ਸੰਘਰਸ਼ ਕੀਤਾ। ਤੁਸੀਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਨੂੰ ਪੜ੍ਹੋਗੇ, ਸਤਿਗੁਰੂ ਜੀ ਰੋਹੇਲਖੰਡ ਜਾਂਦੇ ਨੇ, ਉਹ ਇਲਾਕਾ ਜਿੱਥੇ ਲੋਕੀ ਮੰਡੀਆਂ 'ਚ ਪਸ਼ੂਆਂ ਵਾਂਗੂ ਵਿਕਦੇ ਨੇ, ਗੁਲਾਮ ਬਣਾ ਕੇ ਲੋਕੀ ਘਰਾਂ 'ਚ ਰੱਖਦੇ ਨੇ। ਸਤਿਗੁਰੂ ਜੀ ਨੇ ਉੱਥੇ ਜਾ ਕੇ ਉਹ ਗੁਲਾਮੀ ਦੀ ਪ੍ਰਥਾ ਨੂੰ ਦੂਰ ਕੀਤਾ। ਸਤਿਗੁਰੂ ਜੀ ਯੁਗੰਡਾ 'ਚ ਗਏ, ਉੱਥੇ ਵੀ ਮੰਡੀਆਂ 'ਚ ਲੋਕ ਵਿਕਦੇ ਸਨ। ਸਤਿਗੁਰੂ ਜੀ ਨੇ ਉਸ ਪਰੰਪਰਾ ਦੇ ਵਿੱਚ ਸੰਘਰਸ਼ ਕੀਤਾ, ਉਸ ਪਰੰਪਰਾ ਨੂੰ ਉੱਥੇ ਬੰਦ ਕੀਤਾ। ਸਤਿਗੁਰੂ ਜੀ ਨੇ ਜੇ ਬਾਬਰ ਦੀ ਜੇਲ੍ਹ 'ਚ ਲੋਕੀ ਬੰਦ ਨੇ, ਉਹਨਾਂ ਨੂੰ ਆਜ਼ਾਦ ਕਰਾਇਆ। ਗੁਰਮਤਿ ਦਾ ਮਾਰਗ ਹੀ ਆਜ਼ਾਦੀ ਦਾ ਮਾਰਗ ਹੈ।
ਗੁਰੂ ਸਾਹਿਬ ਜੀ ਨੇ ਜਾਤ ਪਾਤ ਤੋਂ ਆਜ਼ਾਦੀ, ਮਨੁੱਖੀ ਬਰਾਬਰਤਾ ਦੀ ਗੱਲ, ਮਨੁੱਖੀ ਅਧਿਕਾਰਾਂ ਦੀ ਗੱਲ, ਮਨੁੱਖ ਦੇ ਆਤਮ ਸਨਮਾਨ ਦੀ ਗੱਲ ਵੱਡੇ ਪੱਧਰ ਤੇ ਕੀਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਿਰੋਲ ਮਨੁੱਖਤਾ ਦੀ ਖਾਤਰ ਸੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਿਰੋਲ ਧਾਰਮਿਕ ਆਜ਼ਾਦੀ ਦੇ ਲਈ ਸੀ। ਉਹ ਕਿਸੇ ਇੱਕ ਲਈ ਨਹੀਂ ਸੀ ਕਿ ਇਕੱਲੀ ਤਿਲਕ ਜੰਝੂ ਲਈ ਹੈ। ਕਿਸੇ ਵੀ ਮਨੁੱਖ ਨੂੰ ਧਾਰਮਿਕ ਤੌਰ ਤੇ ਦਬਾਇਆ ਨਹੀਂ ਜਾਣਾ ਚਾਹੀਦਾ, ਭਾਵੇਂ ਉਹ ਕੋਈ ਵੀ ਹੋਵੇ। ਧਾਰਮਿਕ ਆਜ਼ਾਦੀ ਲਈ ਸਤਿਗੁਰੂ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਨਿਰੋਲ ਮਨੁੱਖਤਾ ਦੀ ਆਜ਼ਾਦੀ ਦੇ ਲਈ ਨਹੀਂ, ਉਹ ਰਾਜ ਕਾਇਮ ਕਰਨ ਲਈ ਨਹੀਂ ਸਨ। ਸਤਿਗੁਰੂ ਜੀ ਚਾਹੁੰਦੇ ਅਨੰਦਪੁਰ ਸਾਹਿਬ ਜੀ 'ਚ ਬੜਾ ਆਨੰਦ ਮਾਣ ਰਹੇ ਸਨ, ਉਹਨੂੰ ਕੋਈ ਕਮੀ ਨਹੀਂ ਸੀ। ਰਾਜੇ ਮਹਾਰਾਜੇ ਉਹਨਾਂ ਦੇ ਪੈਰਾਂ ਤੇ ਮੱਥੇ ਟੇਕਦੇ ਸਨ, ਆ ਕੇ ਬੜੀਆਂ ਬੜੀਆਂ ਕੀਮਤੀ ਭੇਟਾਵਾਂ ਦਿੰਦੇ ਸਨ। ਲੇਕਿਨ ਸਤਿਗੁਰੂ ਜੀ ਦੀ ਇੱਕੋ ਇੱਕ ਰੀਝ ਸੀ ਕਿ ਇਸ ਮੁਲਕ ਦਾ ਹਰ ਗਰੀਬ ਮਨੁੱਖ ਜਿਹੜਾ ਉਹ ਆਜ਼ਾਦੀ ਦਾ ਆਨੰਦ ਮਾਣੇ। ਇਹ ਗੱਲ ਵੱਖਰੀ ਹੈ ਕਿ ਇਸ ਮੁਲਕ ਜਾਂ ਸਮਾਜ ਦੇ ਲੋਕਾਂ ਨੇ ਗੁਰੂ ਸਾਹਿਬਾਂ ਦੇ ਕੰਮਾਂ ਦੀ ਕਦਰ ਨੂੰ ਜਾਣਿਆ ਹੀ ਨਹੀਂ, ਕਦਰ ਹੀ ਨਹੀਂ ਪਾਈ, ਜਾਂ ਉਹ ਜਾਣਦੇ ਨਹੀਂ ਗੁਰੂ ਸਾਹਿਬਾਂ ਦੇ ਬਾਰੇ। ਉਹਦਾ ਕਾਰਨ ਲੋਕਾਂ ਦਾ ਕਸੂਰ ਨਹੀਂ ਹੈ। ਅਸੀਂ ਲੋਕਾਂ ਨੂੰ ਗੁਰੂ ਸਾਹਿਬ ਜੀ ਦੀਆਂ ਇਹ ਜੋ ਮਹਾਨ ਕਾਮਯਾਬੀਆਂ ਜਾਂ ਮਹਾਨ ਉਹਨਾਂ ਦੀਆਂ ਕੁਰਬਾਨੀਆਂ ਨੇ, ਇਹਦੇ ਬਾਰੇ ਦੱਸ ਹੀ ਨਹੀਂ ਸਕੇ। ਮੈਂ ਬੇਨਤੀ ਕਰ ਰਿਹਾ ਸਾਂ ਕਿ ਆਜ਼ਾਦ ਪਰਮਾਤਮਾ ਆਜ਼ਾਦ ਹੈ। ਪਰਮਾਤਮਾ ਦਾ ਹਰ ਬਣਾਇਆ ਹੋਇਆ ਮਨੁੱਖ ਆਜ਼ਾਦ ਹੋਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਕਿ ਪੰਛੀ ਆਜ਼ਾਦ ਨੇ। ਪਾਕਿਸਤਾਨ ਦੇ ਕਾਂ ਉੱਡ ਕੇ ਹਿੰਦੁਸਤਾਨ ਨੂੰ ਕੋਡੇ ਉੱਡ ਕੇ ਆ ਜਾਣ, ਕੋਈ ਇਤਰਾਜ਼ ਨਹੀਂ ਹੈ। ਪਸ਼ੂ ਆ ਜਾਣ, ਕੋਈ ਇਤਰਾਜ਼ ਨਹੀਂ ਹੈ। ਮਨੁੱਖ ਨਹੀਂ ਜਾ ਸਕਦੇ। ਅਮਰੀਕਾ ਦਾ ਕਾਂ ਇੱਥੇ ਬਿਨਾਂ ਵੀਜ਼ੇ ਤੋਂ ਆ ਸਕਦਾ ਹੈ, ਚਿੜੀਆਂ ਆ ਸਕਦੀਆਂ ਨੇ, ਲੇਕਿਨ ਮਨੁੱਖ ਨਹੀਂ। ਮਨੁੱਖ ਦਰਅਸਲ ਇੱਕ ਚਿੜੀਆ ਘਰ ਦਾ ਪੰਛੀ ਬਣ ਕੇ ਰਹਿ ਗਿਆ, ਪਸ਼ੂ ਬਣ ਕੇ ਰਹਿ ਗਿਆ। ਇਹਨੂੰ ਰਾਜਨੀਤਿਕ ਹੱਦਾਂ 'ਚ ਤਾਂ ਬੰਦ ਕੀਤਾ ਗਿਆ ਹੈ, ਇਹਨੂੰ ਬਰਾਦਰੀਆਂ ਦੀਆਂ ਹੱਦਾਂ 'ਚ ਕੈਦ ਕਰ ਦਿੱਤਾ ਗਿਆ, ਇਹਨੂੰ ਪਾਰਟੀਆਂ ਦੀਆਂ ਹੱਦਾਂ 'ਚ ਕੈਦ ਕਰ ਦਿੱਤਾ ਗਿਆ, ਇਹਨੂੰ ਆਪੋ ਆਪਣੇ ਪ੍ਰਾਂਤਾਂ ਦੀਆਂ ਹੱਦਾਂ 'ਚ ਕੈਦ ਕਰ ਦਿੱਤਾ ਗਿਆ। ਦਰਅਸਲ ਇਹ ਆਜ਼ਾਦੀ ਦੀ ਗੱਲ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਮਾਨਸਿਕ ਆਜ਼ਾਦੀ ਤੋਂ। ਜਦੋਂ ਕਿਸੇ ਕੌਮ ਨੂੰ, ਜਦੋਂ ਕਿਸੇ ਸਮਾਜ ਨੂੰ ਗੁਲਾਮ ਬਣਾਉਣਾ ਹੋਏ, ਉਹਨੂੰ ਪਹਿਲਾਂ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਦੁਨੀਆ ਤੇ ਗੁਲਾਮ ਹੈ, ਇਹ ਮਨੁੱਖ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਆਜ਼ਾਦ ਹੈ, ਮਨੁੱਖ ਆਜ਼ਾਦ ਹੋਣਾ ਚਾਹੀਦਾ ਹੈ। ਮਨੁੱਖ ਕਿਉਂ ਗੁਲਾਮ ਹੋ ਗਿਆ? ਅੱਜ ਅਸੀਂ ਇਕੱਲਾ ਪੋਲੀਟੀਸ਼ੀਅਨਾਂ ਨੂੰ ਗੁਲਾਮੀ ਦਾ ਦੋਸ਼ ਨਾ ਦਈਏ, ਉਹ ਗੁਲਾਮੀ ਦਾ ਕਾਰਨ ਅਸੀਂ ਆਪ ਖੁਦ ਹਾਂ। ਕੋਈ ਮਨੁੱਖ ਨੂੰ ਗੁਲਾਮ ਨਹੀਂ ਬਣਾ ਸਕਦਾ ਜੇਕਰ ਅਸੀਂ ਆਜ਼ਾਦ ਸੋਚ ਦੇ ਮਾਲਕ ਬਣ ਜਾਈਏ। ਬਾਬਾ ਨਾਨਕ ਜੀ ਨੇ ਕਿਹਾ ਸੀ, ਮਨ ਜੀਤਾ ਹੈ ਜਗ ਜੀਤ। ਆਪਣੇ ਮਨ ਨੂੰ ਜਿੱਤ ਜਾਈਏ। ਮਨੁੱਖ ਦੀ ਗੁਲਾਮੀ ਸ਼ੁਰੂ ਦੀ ਪਹਿਲਾਂ ਮਾਨਸਿਕ ਤੌਰ ਤੇ ਗੁਲਾਮੀ ਦੀ ਗੱਲ। ਮਨੁੱਖ ਤੇ ਗੁਲਾਮ ਸਵਾਰਥ ਦਾ। ਅੱਜ ਅਸੀਂ ਜੋ ਵੋਟਾਂ ਪਾਉਂਦੇ, ਉਦੋਂ ਅਸੀਂ ਕੋਈ ਮੁਲਕ ਦਾ ਥੋੜ੍ਹਾ ਹਿੱਤ ਸੋਚਦੇ। ਅਸੀਂ ਕਹਿੰਦੇ ਆਪਣੀ ਪਾਰਟੀ ਦਾ ਬੰਦਾ ਹੈ, ਆਪਣਾ ਚਾਚਾ ਲੱਗਦਾ, ਆਪਣਾ ਤਾਇਆ ਲੱਗਦਾ ਹੈ, ਆਪਣਾ ਕੰਮ ਕੱਢਣਾ ਹੈ, ਆਪਾਂ ਨੂੰ ਵੀ ਲੋੜ ਹੈ। ਅਸੀਂ ਗੁਲਾਮ ਤਾਂ ਉਦੋਂ ਆਪਣੇ ਸਵਾਰਥ ਦੇ ਹਾਂ, ਆਪਣੇ ਲੋਭ ਦੇ ਹਾਂ। ਜਦੋਂ ਅਸੀਂ ਗੁਲਾਮ ਆਪ ਹਾਂ ਤੇ ਕਿਸ ਨੂੰ ਤੇ ਅਸੀਂ ਇਤਰਾਜ਼ ਹੀ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਮਨੁੱਖ ਧਰਮ ਦੀ ਦੁਨੀਆ 'ਚ ਗੁਲਾਮ ਫਿਰ ਰਿਹਾ ਹੈ। ਧਰਮ ਮਨੁੱਖ ਨੂੰ ਸੁਤੰਤਰਤਾ ਦਿੰਦਾ ਹੈ, ਪਰ ਮਨੁੱਖ ਧਰਮ ਦੇ ਨਾਂ ਤੇ ਗੁਲਾਮ ਬਣ ਗਿਆ ਕਿ ਉਸ ਥਾਂ ਤੇ ਜਾਣਾ, ਉੱਥੇ ਲੋੜ ਬਹੁਤ ਹੀ ਪੂਰੀ ਹੁੰਦੀ ਹੈ, ਅਰਦਾਸਾਂ ਉੱਥੇ ਸੁਣੀਆਂ ਜਾਂਦੀਆਂ ਨੇ, ਇੱਥੇ ਅਰਦਾਸ ਹੀ ਨਹੀਂ ਸੁਣੀ ਜਾਂਦੀ। ਇਹੀ ਤਾਂ ਗੁਲਾਮੀ ਹੈ, ਮਾਨਸਿਕ ਤੌਰ ਤੇ ਸਾਨੂੰ ਖਿੱਚ ਕੇ ਲੈ ਜਾਂਦੀ ਹੈ। ਮਨੁੱਖ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਆਜ਼ਾਦ ਹੈ, ਮਨੁੱਖ ਆਜ਼ਾਦ ਹੋਣਾ ਚਾਹੀਦਾ ਹੈ। ਪਰ ਮਨੁੱਖ ਗੁਲਾਮ ਕਿਉਂ ਹੈ? ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਥਾਂ ਤੇ ਬੜੀ ਸੋਹਣੀ ਗੱਲ ਕਹੀ, ਬੰਦਿਆ ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਏ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮੈਂ ਅਭਿਮਾਨ। ਔਰ ਇੱਥੇ ਹੀ ਬਸ ਨਹੀਂ, ਅੱਤ ਸੂਚੀ ਤੇਰੀ ਪਾਕ ਸਾਲ। ਅੱਗੇ ਜਾ ਕੇ ਕਹਿੰਦੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਸਤਿਗੁਰੂ ਜੀ ਨੇ 3 ਸਾਰ ਥਾਂ ਤੇ ਕਿਹਾ ਕਿ ਬਿਗੜ ਰੂ ਮਨ ਮੈਂ ਅਮਾਨ, ਜਾਂ ਸੀਲ ਵਿਗਾਰਿਓ ਤੇਰਾ ਕਾਜ। ਦਰਅਸਲ ਬੰਦਿਆ ਤੂੰ ਹੈ ਤੇ ਸਿਰੇਟ ਸੀ, ਹੰਕਾਰ ਨੇ ਤੇਰਾ ਕੰਮ ਵਿਗਾੜ ਦਿੱਤਾ ਹੈ, ਲੋਭ ਨੇ ਤੇਰਾ ਕੰਮ ਵਿਗਾੜ ਦਿੱਤਾ ਹੈ, ਤੇਰੇ ਅੰਦਰ ਮੋਹ ਨੇ ਕੰਮ ਵਿਗਾੜ ਦਿੱਤਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਸ੍ਰਿਸ਼ਟੀ ਦਾ ਸਰਦਾਰ ਕੈਦੀ ਬਣ ਗਿਆ, ਜਿਹਦੇ ਤੇ ਪ੍ਰਮਾਤਮਾ ਦਇਆ ਕਰਦਾ, ਜਾ ਕੋ ਦ੍ਰਿਸ਼ਟ ਮਿਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ। ਉਹਨੂੰ ਪ੍ਰਮਾਤਮਾ ਇਹਨਾਂ ਬੰਧਨਾਂ ਤੋਂ ਮੁਕਤ ਕਰ ਲੈਂਦਾ। ਸਭ ਤੋਂ ਪਹਿਲਾਂ ਮਨੁੱਖ ਬੰਧਨਾਂ 'ਚ ਵੱਜਦਾ ਮਾਨਸਿਕ ਤੌਰ ਤੇ। ਜਿਹੜਾ ਮਾਨਸਿਕ ਤੌਰ ਤੇ ਲੋਭੀ ਹੈ, ਉਹਨੇ ਤੇ ਆਪਣਾ ਲੋਭ ਦੇਖ ਕੇ ਵੋਟਾਂ ਪਾਉਣੀਆਂ ਨੇ। ਜਿਹੜਾ ਮਾਨਸਿਕ ਤੌਰ ਤੇ ਮੋਹ 'ਚ ਵੱਜਾ ਹੋਇਆ ਹੈ, ਉਹਨੇ ਤੇ ਧੜੇ ਨੂੰ ਪਿਆਰਾ ਕਰਨਾ, ਉਹਨੂੰ ਮੁਲਕ ਨਾਲ ਕੀ ਵਾਸਤਾ ਹੈ? ਉਹਦਾ ਤੇ ਧੜਾ ਜਿੱਤਣਾ ਚਾਹੀਦਾ ਹੈ। ਇੱਥੋਂ ਗੁਲਾਮੀ ਦੀ ਗੱਲ ਸ਼ੁਰੂ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ, ਧਰਮ ਨੇ ਆਜ਼ਾਦੀ ਦੇਣੀ ਸੀ, ਪਰ ਧਰਮ ਦੇ ਨਾਂ ਤੇ ਬੰਦਾ ਗੁਲਾਮ ਹੋ ਗਿਆ। ਜੇ ਜਿਉਂਦਿਆਂ ਧਰਮ ਦਾ ਕੰਮ ਕਰਦਿਆਂ ਵੀ ਮਨੁੱਖ ਦੇ ਅੰਦਰ ਸਵੈਮਾਨ ਨਹੀਂ ਹੈ, ਸੈਲਫ ਰਿਸਪੈਕਟ ਨਹੀਂ ਹੈ, ਤੇ ਸਤਿਗੁਰੂ ਜੀ ਕਹਿੰਦੇ ਇਹ ਧਰਮ ਹੀ ਨਹੀਂ ਹੈ। ਜੇ ਜਿਵੇਂ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਔਰ ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਿਨੇਊ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੁਤੰਤਰ ਸੋਚ ਦਿੱਤੀ, ਬਰਾਬਰਤਾ ਦੀ ਗੱਲ, ਸਵੈਮਾਨ ਦੀ ਗੱਲ ਕਹੀ।
ਔਰ ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਸਤਿਗੁਰੂ ਜੀ ਨੇ ਵੱਡੇ ਪੱਧਰ ਤੇ ਮਨੁੱਖਤਾ ਦੀ ਆਜ਼ਾਦੀ ਦੀ ਗੱਲ ਕੀਤੀ ਹੈ। ਮੈਂ ਬੇਨਤੀ ਕਰ ਰਿਹਾ, ਜਦੋਂ ਕਿਸੇ ਸਮਾਜ ਨੂੰ, ਮੁਲਕ ਨੂੰ ਗੁਲਾਮ ਬਣਾਉਣਾ ਹੋਏ, ਉਦੋਂ ਸਭ ਤੋਂ ਪਹਿਲਾਂ ਉਸ ਕੌਮ ਜਾਂ ਸਮਾਜ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਜਾਂਦਾ ਹੈ। ਮਾਨਸਿਕ ਗੁਲਾਮੀ ਕੀ ਹੈ? ਕਹਿ ਦਿਓ ਜੀ ਫਲਾਣੇ ਥਾਂ ਤੇ ਰੋਜ਼ ਮੱਥਾ ਟੇਕੋ, ਉੱਥੇ ਤੁਹਾਡੀਆਂ ਕਾਮਨਾ ਪੂਰੀਆਂ ਹੋਣਗੀਆਂ। ਕੋਈ ਮੜੀਆਂ ਨੂੰ ਮੱਥੇ ਟੇਕਣ ਲੱਗ ਪਿਆ, ਕੋਈ ਪਸ਼ੂਆਂ ਦਾ ਪੁਜਾਰੀ ਬਣ ਗਿਆ। ਇਹ ਬੰਦਾ ਧਰਤੀ ਦਾ ਮਾਲਕ ਹੈ। ਇਹ 84 ਲੱਖ ਜੂਨਾਂ ਚੋਂ ਉੱਤਮ ਗਿਣਿਆ ਜਾਂਦਾ ਹੈ, ਜਿਹੜਾ ਪਸ਼ੂਆਂ ਦੇ ਹੇਠੋਂ ਦੀ ਲੰਘ ਕੇ ਸੋਚਦਾ ਮੁਕਤੀ ਮਿਲ ਜਾਏਗੀ, ਪਸ਼ੂਆਂ ਦਾ ਮੂਤ ਪੀ ਕੇ ਮੁਕਤੀ ਮਿਲਣਾ ਚਾਹੁੰਦਾ ਹੈ, ਸੱਪਾਂ ਦੀਆਂ ਖੁੱਡਾਂ ਤੇ ਸੇਵੀਆਂ ਪਾ ਕੇ ਮੁਕਤੀ ਲੱਭਦਾ ਫਿਰਦਾ ਹੈ। ਇਹ ਜਠੇਰਿਆਂ ਨੂੰ ਮੱਥੇ ਟੇਕ ਕੇ, ਮੂਰਤਾਂ ਨੂੰ ਮੱਥੇ ਟੇਕ ਕੇ ਔਰ ਕਬਰਾਂ ਨੂੰ ਮੱਥੇ ਟੇਕ ਕੇ ਮੁਕਤੀ ਲੱਭਦੇ, ਆਜ਼ਾਦ ਕਿੱਥੋਂ ਹੋ ਜਾਏਗਾ? ਆਜ਼ਾਦੀ ਤਾਂ ਮਿਲਣੀ ਸੀ ਸਭ ਤੋਂ ਮਨ ਕਰਕੇ। ਬਾਬਾ ਨਾਨਕ ਜੀ ਨੇ ਕਿਹਾ ਸੀ, ਜਿਹੜਾ ਮਨ ਨੂੰ ਕਾਬੂ ਕਰ ਲਏ ਉਹ ਤੇ ਸਾਰੇ ਮੁਲਕ ਦਾ ਰਾਜਾ ਨਹੀਂ, ਸਾਰੀ ਧਰਤੀ ਦਾ ਰਾਜਾ ਬਣ ਜਾਂਦਾ ਹੈ। ਮਨ ਜੀਤਾ ਹੈ ਜਗ ਜੀਤ। ਇਸ ਕਰਕੇ ਗੁਰਮਤ ਨੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਜਿੱਤਣ ਦੀ ਗੱਲ ਕਹੀ ਹੈ। ਹਰ ਬੰਦਾ ਆਜ਼ਾਦੀ ਦੀ ਗੱਲ ਕਰਦਾ ਹੈ, ਹਰ ਬੰਦਾ ਆਜ਼ਾਦ ਹੋਣਾ ਚਾਹੁੰਦਾ ਹੈ। ਦਰਅਸਲ ਕੋਈ ਵੀ ਬੰਦਾ ਆਜ਼ਾਦ ਨਹੀਂ ਹੋਣਾ ਚਾਹੁੰਦਾ, ਕੋਈ ਵੀ ਬੰਦਾ ਆਜ਼ਾਦ ਨਹੀਂ ਹੈ, ਕਿਉਂਕਿ ਆਜ਼ਾਦੀ ਤਾਂ ਆਉਂਦੀ ਜੇ ਜ਼ਿੰਮੇਵਾਰੀ ਹੋਏ। ਜਦੋਂ ਜ਼ਿੰਮੇਵਾਰ ਦਾ ਹੀ ਨਹੀਂ ਸਾਨੂੰ ਪਤਾ ਕਿ ਸਾਡੀ ਇਸ ਮੁਲਕ ਦੇ ਨਾਗਰਿਕ ਹੋਣ ਦੇ ਨਾਤੇ ਜ਼ਿੰਮੇਵਾਰੀ ਕੀ ਹੈ, ਸਾਡੀ ਇੱਕ ਇਨਸਾਨ ਜਾਂ ਧਰਤੀ ਤੇ ਰਹਿਣ ਦੇ ਨਾਤੇ ਜ਼ਿੰਮੇਵਾਰੀ ਕੀ ਹੈ। ਜਿਹੜੇ ਮਨੁੱਖ ਜ਼ਿੰਮੇਵਾਰ ਨਹੀਂ, ਉਹ ਭਾਵੇਂ ਆਜ਼ਾਦ ਮੁਲਕਾਂ 'ਚ ਵੀ ਰਹਿਣ, ਉਹ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ। ਉਹ ਭਾਵੇਂ ਤਖਤਾਂ ਤੇ ਬੈਠ ਜਾਣ ਤਾਂ ਵੀ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ। ਔਰ ਜਿਹੜੇ ਜ਼ਿੰਦਗੀ ਅੰਦਰ ਰਿਸਪੌਂਸਿਬਲ ਨੇ, ਜ਼ਿੰਮੇਵਾਰ ਨੇ, ਉਹ ਜਿੱਥੇ ਵੀ ਰਹਿਣ ਆਜ਼ਾਦੀ ਦੀ ਜ਼ਿੰਦਗੀ ਬਤੀਤ ਕਰਦੇ ਨੇ। ਇਹ ਦੁਨਿਆਵੀ ਕੈਦਾਂ ਉਹਨਾਂ ਨੂੰ ਕੈਦੀ ਨਹੀਂ ਬਣਾ ਸਕਦੀਆਂ ਹੁੰਦੀਆਂ। ਇਸ ਕਰਕੇ ਕੈਦ ਸਭ ਤੋਂ ਪਹਿਲਾਂ ਮਨ ਤੋਂ ਸ਼ੁਰੂ ਹੁੰਦੀ ਹੈ। ਔਰ ਸਤਿਗੁਰੂ ਜੀ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਕਿ ਆਪਣੇ ਮਨ ਨੂੰ ਜਿੱਤੋ ਪਹਿਲਾਂ। ਕਿਸੇ ਮੁਲਕ ਦੇ ਮਾਲਕ ਹੋਣਾ ਜਾਂ ਕਿਸੇ ਧਨ ਦੇ ਮਾਲਕ ਹੋਣਾ ਕੋਈ ਵੱਡੀ ਮਾਲਕੀਅਤ ਨਹੀਂ ਹੈ। ਦਰਅਸਲ ਮਨ ਦੇ ਮਾਲਕ ਹੋਣਾ ਸਭ ਤੋਂ ਵੱਡੀ ਮਾਲਕੀਅਤ ਹੈ। ਜਦੋਂ ਵੀ ਆਜ਼ਾਦੀ ਦੀ ਗੱਲ ਚੱਲਦੀ ਹੈ, ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਕਿਹਾ ਕਿ ਆਪਣੇ ਮਨ ਦੇ ਮਾਲਕ ਬਣੋ। ਅਸੀਂ ਕਿਸੇ ਦੀ ਗੱਲ ਤਾਂ ਕੀ ਕਰਨੀ ਹੈ, ਆਪਣੀ ਕੌਮ ਦੀ ਗੱਲ ਅਸੀਂ ਕਰਦੇ ਹਾਂ। ਅਕਸਰ ਇਸ ਦੁਖਾਨ ਨੂੰ ਚੇਤੇ ਕਰਦੇ ਹਾਂ। 1947 ਕਿਸੇ ਲਈ ਆਜ਼ਾਦੀ, ਕਿਸੇ ਦੀ ਬਰਬਾਦੀ ਲੈ ਕੇ ਆਇਆ ਔਰ ਲੱਖਾਂ ਲੋਕ ਮਾਰੇ ਗਏ ਉਸ ਪਾਰਟੀਸ਼ਨ ਦੇ ਅੰਦਰ। ਬਜ਼ੁਰਗ ਜਾਣਦੇ ਨੇ ਕਿੱਡੀਆਂ ਕਿੱਡੀਆਂ ਜਾਇਦਾਦਾਂ ਛੱਡ ਕੇ ਆਪਣੇ ਪਰਿਵਾਰਾਂ ਨੂੰ ਮੁਰਵਾ ਕੇ ਇਸ ਮੁਲਕ ਦੇ ਅੰਦਰ ਆਏ ਕਿ ਅਸੀਂ ਆਜ਼ਾਦੀ ਦਾ ਆਨੰਦ ਮਾਣ ਸਕਾਂਗੇ, ਆਪਣੇ ਧਾਰਮਿਕ ਤੌਰ ਤੇ ਆਜ਼ਾਦੀ ਨੂੰ ਜੀਉ ਸਕਾਂਗੇ। ਪਰ ਉਹਨਾਂ ਘਟਨਾਵਾਂ ਨੂੰ ਜਦੋਂ ਹਰ ਸਾਲ ਚੇਤੇ ਕਰਦੇ ਹਾਂ, ਠੀਕ ਹੈ ਲੋਕੀ ਝੰਡਾ ਚਲਾ ਕੇ ਆਜ਼ਾਦੀ ਦੀ ਗੱਲ ਕਰਦੇ ਨੇ, ਕਦੀ ਉਹਨਾਂ ਪਰਿਵਾਰਾਂ ਨੂੰ ਵੀ ਤੇ ਪੁੱਛੀਏ ਕਿ ਉਹਨਾਂ ਦੀ ਕਿੱਡੀ ਵੱਡੀ ਬਰਬਾਦੀ ਹੋਈ ਹੈ, ਉਹਨਾਂ ਨੇ ਕਿੰਨਾ ਕੁਝ ਕੁਰਬਾਨ ਕੀਤਾ ਤੇ ਅੱਜ ਉਹਨਾਂ ਨੂੰ ਕੀ ਮਿਲ ਰਿਹਾ ਹੈ, ਜਾਂ ਅੱਜ ਉਹ ਕਿੰਨਾ ਕੁ ਆਜ਼ਾਦੀ ਮਾਣ ਰਹੇ ਨੇ। ਜਾਂ ਇਸ ਮੁਲਕ ਦੇ ਲੋਕ ਜਿਨ੍ਹਾਂ ਨੇ ਇਸ ਮੁਲਕ ਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹ ਕਿੰਨਾ ਕੁ ਸਵੈਮਾਨ ਦੇ ਨਾਲ ਜਾਂ ਕਿੰਨਾ ਕੁ ਉਹਨਾਂ ਨੂੰ ਸਤਿਕਾਰ ਮਿਲ ਰਿਹਾ ਹੈ। ਇਹ ਤੇ ਬਹੁਤ ਵਿਚਾਰਨ ਵਾਲੀ ਗੱਲ। ਆਜ਼ਾਦੀ ਬਹੁਤ ਜ਼ਰੂਰੀ ਹੈ, ਆਜ਼ਾਦੀ ਦਿਨ ਮਨਾਉਣੇ ਚਾਹੀਦੇ ਨੇ, ਪਰ ਆਜ਼ਾਦੀ ਉਦੋਂ ਹੈ ਜਦੋਂ ਹਰ ਗਰੀਬ ਰੱਜ ਕੇ ਰੋਟੀ ਖਾ ਸਕੇਗਾ, ਜਦੋਂ ਗਰੀਬ ਸੜਕਾਂ ਤੇ ਨਹੀਂ ਫਿਰਨਗੇ, ਜਦੋਂ ਗਰੀਬਾਂ ਨੂੰ ਧੱਕੇ ਨਹੀਂ ਖਾਣੇ ਪੈਣਗੇ। ਆਜ਼ਾਦੀ ਦਾ ਅਸੀਂ ਆਨੰਦ ਦੇਖ ਲਿਆ ਪਿਛਲੇ 1 ਸਾਲ ਤੋਂ। ਸੜਕਾਂ ਤੇ ਗਰੀਬ ਕਿਵੇਂ ਰੋਲੇ ਨੇ, ਮਜ਼ਦੂਰ ਲੋਕ ਸਾਡੇ ਕਿਵੇਂ ਮੁਲੇ ਨੇ, ਕਿਵੇਂ ਲੋਕ ਘਰਾਂ 'ਚ ਮਰੇ ਨੇ ਤੇ ਕੀ ਹਾਲਾਤ ਹੋਏ ਨੇ। ਇਸ ਕਰਕੇ ਆਜ਼ਾਦ ਮੁਲਕਾਂ ਦੀ ਜਦੋਂ ਅਸੀਂ ਗੱਲ ਪੜ੍ਹਦੇ ਹਾਂ, ਸਾਡੇ ਬਹੁਤ ਸਾਰੇ ਜਾਣਨ ਵਾਲੇ ਲੋਕ, ਬਹੁਤ ਸਾਰੇ ਬੱਚੇ ਪ੍ਰਦੇਸ਼ਾਂ 'ਚ ਰਹਿੰਦੇ ਨੇ, ਉੱਥੋਂ ਦੇ ਰਹਿਣ ਵਾਲੇ ਵਸਿੰਦੇ ਨਹੀਂ ਹੈ, ਪਰ ਜਿਹੜੇ ਆਜ਼ਾਦ ਮੁਲਕ ਨੇ, ਗੌਰਮੈਂਟਾਂ ਬਿਨਾਂ ਮੰਗਣ ਤੋਂ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਪਾਈ ਜਾਂਦੀਆਂ। ਤੁਸੀਂ ਵਿਹਲੇ ਬੈਠੇ ਹੋ, ਤੁਹਾਡੇ ਕਾਰੋਬਾਰ ਨਹੀਂ ਚੱਲਦੇ। ਇੱਥੇ ਕੀ ਹੈ, ਫੋਨ ਆਉਂਦੇ, ਜੇ ਬਿੱਲ ਨਹੀਂ ਤਾਰੋਗੇ ਤੁਹਾਡੇ ਕਨੈਕਸ਼ਨ ਕੱਟ ਦਿੱਤੇ ਜਾਣਗੇ, ਜੇ ਫੋਨ ਨਹੀਂ ਤਾਰੋਗੇ ਤੁਹਾਡੇ ਇਹ ਸੀਵਰੇਜ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ। ਇਹ ਆਜ਼ਾਦੀ ਹੈ। ਜਿਸ ਮੁਲਕ ਦੇ ਅੰਦਰ ਗਰੀਬ ਦੇ ਦੁੱਖ ਨੂੰ ਦੇਖਿਆ ਹੀ ਨਹੀਂ ਜਾਂਦਾ, ਉਹਨੂੰ ਡਰਾਇਆ, ਧਮਕਾਇਆ ਤੇ ਕੁੱਟਿਆ ਜਾਂਦਾ ਹੈ, ਉਹ ਆਜ਼ਾਦੀ ਨਹੀਂ ਹੋਰ ਕੋਈ ਤਾਂ ਹੋ ਸਕਦੀ ਹੈ। ਇਸ ਮੁਲਕ ਵਿੱਚ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਮੁਲਕ ਨੂੰ ਆਜ਼ਾਦ ਰੱਖਣਾ, ਆਪਣੇ ਆਪ ਨੂੰ ਆਜ਼ਾਦ ਰੱਖਣਾ। ਪਰ ਉਹ ਜ਼ਿੰਮੇਵਾਰੀ ਮੇਰੇ ਤੋਂ ਸ਼ੁਰੂ ਹੋਏਗੀ, ਆਪਣੇ ਤੋਂ ਸ਼ੁਰੂ ਹੋਏਗੀ, ਜਦੋਂ ਅਸੀਂ ਆਪਣੇ ਆਲੇ ਦੁਆਲੇ ਨੂੰ ਸਵਾਰਾਂਗੇ, ਜਦੋਂ ਅਸੀਂ ਆਪਣੇ ਸਮਾਜ ਨੂੰ ਸਵਾਰਾਂਗੇ। ਅੱਜ ਸਾਡਾ ਸਮਾਜ ਠੀਕ ਹੈ, ਪਰ ਇੱਕ ਬੜਾ ਅਡੰਬਰ ਅਸੀਂ ਬਣਾਇਆ ਹੈ। 21ਵੀਂ ਸਦੀ ਚਲੇ ਗਏ ਹਾਂ, ਅਸੀਂ ਬਹੁਤ ਵੱਡੀ ਤਰੱਕੀ ਕਰ ਲਈ ਹੈ। ਭਾਵੇਂ ਕਿ ਸਾਡਾ ਮੁਲਕ ਸਾਰਾ ਵਿਕ ਜਾਏ, ਅਸੀਂ ਕਹਿੰਦੇ ਜੀ ਬਹੁਤ ਤਰੱਕੀ ਹੋ ਰਹੀ ਹੈ। ਭਾਵੇਂ ਕਿ ਆਪਾਂ ਦੇਖਦੇ ਕਿ ਆਏ ਦਿਨ ਸਾਡੀ ਸਟੇਟ ਤੇ ਜਾਂ ਮੁਲਕ ਤੇ ਨਿੱਤ ਕਰਜ਼ਾ ਚੜੀ ਜਾ ਰਿਹਾ ਹੈ, ਫਿਰ ਕਹਿੰਦੇ ਬਹੁਤ ਤਰੱਕੀ ਹੋ ਰਹੀ ਹੈ। ਗਰੀਬੀ ਦੀ ਰੇਖਾ 'ਚ ਅਸੀਂ ਸਭ ਤੋਂ ਅੱਗੇ ਤੁਰੇ ਜਾ ਰਹੇ ਹਾਂ। ਬੇਰੁਜ਼ਗਾਰੀ ਵਿੱਚ ਅਸੀਂ ਬਹੁਤ ਵੱਡੇ ਪੱਧਰ ਤੇ ਚੱਲ ਗਏ ਹਾਂ। ਕਰਪਸ਼ਨ ਵਿੱਚ ਅਸੀਂ 88ਵੇਂ ਨੰਬਰ ਤੇ, ਵਰਲਡ ਦੇ ਵਿੱਚ 88ਵੇਂ ਨੰਬਰ ਤੇ ਸਾਡਾ ਮੁਲਕ ਹੈ। ਏਡੀ ਵੱਡੀ ਕਰਪਸ਼ਨ ਹੈ। ਮੀਡੀਆ ਵਿਕਾਊ ਕਿਸ ਨੰਬਰ ਤੇ ਹੈ। ਅੱਜ ਤੋਂ 3-4 ਸਾਲ ਪਹਿਲਾਂ ਮੈਂ ਨਿਊਜ਼ ਕੁਦਰਤੀ ਰੇਡੀਓ ਔਨ ਕੀਤਾ, ਕਾਰ ਚਲਾਉਂਦਿਆਂ ਕਹਿਣ ਲੱਗੇ ਕਿ ਇੱਕ ਬੜੀ ਵੱਡੀ ਅਸੀਂ ਤਰੱਕੀ ਕਰ ਗਏ। ਸਾਰੀ ਦੁਨੀਆ ਸਾਡੇ ਮੁਲਕ ਦਾ ਜਿਹੜਾ ਮੀਡੀਆ ਹੈ ਕਰਪਸ਼ਨ ਦੇ ਵਿੱਚ ਤਕਰੀਬਨ 150ਵੇਂ ਨੰਬਰ ਤੇ ਹੈ। ਏਡੀ ਵੱਡੀ ਤਰੱਕੀ ਅਸੀਂ ਕਰ ਗਏ, ਏਡਾ ਵੱਡਾ ਸਿਖਰ ਮਾਰ ਲਿਆ।
ਇਸ ਕਰਕੇ ਇਹ ਗੱਲਾਂ ਨੇ ਕਿ ਆਜ਼ਾਦੀ ਤਾਂ ਹੈ ਕਿ ਜਿੱਥੇ ਹਰ ਮਨੁੱਖ ਆਜ਼ਾਦ ਰਹੇ, ਗਰੀਬ ਨੂੰ ਰਜਵੀਂ ਰੋਟੀ ਮਿਲੇ, ਹਰ ਕੋਈ ਸੁਤੰਤਰ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਮਾਤਾਵਾਂ ਦਿਨ ਰਾਤ ਬੇਪਰਵਾਹੀ ਦੇ ਨਾਲ ਵਿਚਰ ਸਕਣ। ਹੁਣ ਸਾਡੀਆਂ ਮਾਤਾਵਾਂ ਭੈਣਾਂ ਬਾਜ਼ਾਰ ਜਾਂਦੀਆਂ ਨੇ, ਕੋਲੋਂ ਪਰਸੀ ਖੋ ਕੇ ਕੋਈ ਲੈ ਜਾਂਦਾ, ਪੁੱਛਣ ਗਿੱਛਣ ਵਾਲਾ ਹੀ ਕੋਈ ਨਹੀਂ ਹੈ। ਇਸ ਕਰਕੇ ਇਹਨਾਂ ਗੱਲਾਂ ਤੇ ਵਿਚਾਰ ਦੀ ਲੋੜ, ਆਜ਼ਾਦੀ ਮਨਾਉਣੀ ਚਾਹੀਦੀ ਹੈ। ਪਰ ਅਸੀਂ ਪਿਛਲੇ ਸਮਿਆਂ ਤੋਂ ਲੈ ਕੇ ਅੱਜ ਤੱਕ ਮੁਲਕ ਦੇ ਤੌਰ ਤੇ, ਸਮਾਜਿਕ ਤੌਰ ਤੇ ਕਿੰਨਾ ਕੁ ਅਮਨ ਅਮਾਨ ਕਾਇਮ ਕੀਤਾ ਹੈ, ਅਸੀਂ ਕਿੰਨਾ ਕੁ ਬੇਰੁਜ਼ਗਾਰੀ ਤੋਂ ਲੋਕਾਂ ਨੂੰ ਉੱਚੇ ਉਠਾਇਆ ਹੈ, ਇਹ ਮੁੱਦੇ ਜ਼ਰੂਰ ਚਾਹੀਦੇ ਨੇ। ਗੱਲ ਇੱਥੋਂ ਸ਼ੁਰੂ ਹੀ, ਪਰਮਾਤਮਾ ਆਜ਼ਾਦ ਹੈ, ਪਰਮਾਤਮਾ ਨੇ ਹਰ ਮਨੁੱਖ ਨੂੰ ਆਜ਼ਾਦ ਬਣਾਇਆ, ਹਰ ਮਨੁੱਖ ਨੂੰ ਆਜ਼ਾਦੀ ਦਾ ਹੱਕ ਵੀ ਹੈ, ਫਰਜ਼ ਵੀ ਹੈ, ਤੇ ਆਜ਼ਾਦੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਉਸ ਪਰਮਾਤਮਾ ਦੇ ਪਿਆਰ ਜੁੜ ਕੇ, ਮਨ ਦੇ ਵਿੱਚ ਜਿੱਤ ਪ੍ਰਾਪਤ ਕਰਕੇ, ਮਨ ਕਰਕੇ ਸੁਤੰਤਰ ਸੋਚ ਦੀ ਧਾਰਣੀ ਹੋ ਕੇ ਇਸ ਧਰਤੀ ਤੇ ਵਿਚਰਨ ਦੀ ਪ੍ਰੇਰਣਾ ਕੀਤੀ ਹੈ। ਆਓ ਆਪਾਂ ਗੁਰੂ ਕੀ ਬਾਣੀ ਦਾ ਆਸਰਾ ਲੈ ਕੇ ਉਹ ਪਰਮਾਤਮਾ ਜਿਹੜਾ ਆਜ਼ਾਦ ਹੈ, ਜਿਹੜਾ ਆਜ਼ਾਦ ਹੈ, ਉਸ ਪਰਮਾਤਮਾ ਦੇ ਪਿਆਰ 'ਚ ਜੁੜ ਕੇ ਆਪ ਸੁਤੰਤਰ ਸੋਚ ਦੇ ਮਾਲਕ ਬਣੀਏ। ਜਿਹੜੇ ਲੋਕ ਆਪ ਆਜ਼ਾਦ ਹੁੰਦੇ ਨੇ ਉਹ ਦੂਜਿਆਂ ਨੂੰ ਆਜ਼ਾਦੀ ਦਿਵਾਉਂਦੇ ਵੀ ਨੇ ਤੇ ਦੂਜਿਆਂ ਦੀ ਆਜ਼ਾਦੀ ਦਾ ਸਤਿਕਾਰ ਵੀ ਕਰਦੇ ਨੇ, ਰੱਖਿਆ ਵੀ ਕਰਦੇ ਨੇ। ਜਿਹੜੇ ਆਪ ਗੁਲਾਮੀ ਦੀ ਜਲਾਲਤ ਭੋਗ ਚੁੱਕੇ ਹੁੰਦੇ ਨੇ, ਉਹਨਾਂ ਦਾ ਹਮੇਸ਼ਾ ਇੱਕ ਯਤਨ ਹੁੰਦਾ ਕਿ ਦੂਜਿਆਂ ਨੂੰ ਗੁਲਾਮ ਬਣਾਇਆ ਜਾਏ, ਦੂਜਿਆਂ ਨੂੰ ਖਤਮ ਕੀਤਾ ਜਾਏ। ਲੇਕਿਨ ਗੁਰੂ ਨਾਨਕ ਤੇ ਗੁਰੂ ਦੇ ਸਿੱਖਾਂ ਨੇ ਹਮੇਸ਼ਾ ਮਨੁੱਖਤਾ ਦੇ ਉਧਾਰ ਦੀ ਗੱਲ ਕੀਤੀ ਹੈ। ਅਸੀਂ ਗੁਰੂ ਨਾਨਕ ਦੇ ਮਾਰਗ ਤੇ ਚੱਲ ਕੇ ਹਰ ਮਨੁੱਖ ਦੀ ਆਜ਼ਾਦੀ ਦੀ ਗੱਲ, ਹਰ ਮਨੁੱਖ ਦੀ ਆਜ਼ਾਦੀ ਦੀ ਰੱਖਿਆ ਦੀ ਗੱਲ ਕਰਨੀ ਹੈ। ਜਿੱਥੇ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਹਰ ਰੋਜ਼ ਕਥਾ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜੀ ਵਿੱਚ ਬੈਠ ਕੇ ਜੀਵਨ ਦਾ ਉਧਾਰ ਕਰ ਰਹੇ ਨੇ। ਬਹੁਤ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਨੇ। ਕੁਝ ਗੁਰਸਿੱਖਾਂ ਦੀਆਂ ਗਾਥਾਵਾਂ ਆਪ ਜੀ ਨੇ ਸੁਣੀਆਂ ਨੇ। ਆਪ ਜੀ ਨੇ ਵਾਰਤਾ ਸੁਣੀ ਸੀ ਕਿ ਇਹ ਨਗਰ ਵਸ ਨਹੀਂ ਸੀ ਰਿਹਾ। ਗੋਇੰਦਾ ਨਾਮ ਦਾ ਇੱਕ ਖੱਤਰੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸ ਆਇਆ। ਸਤਿਗੁਰੂ ਜੀ ਨੇ ਕਿਹਾ, ਮਹਾਰਾਜ ਮੇਰੀ ਕੋਈ ਮਦਦ ਕਰੋ। ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਨੂੰ ਭੇਜਿਆ। ਉਹਨਾਂ ਨੇ ਇਹ ਨਗਰ ਵਸਾਇਆ। ਨਗਰ ਵਸ ਗਿਆ। ਬਹੁਤ ਤਰ੍ਹਾਂ ਦੇ ਲੋਕ ਆ ਕੇ ਇੱਥੇ ਰਹਿਣ ਲੱਗ ਪਏ। ਔਰ ਕੁਝ ਉਹ ਲੋਕ ਸਨ ਜਿਹੜੇ ਇਸ ਗੱਲ ਤੋਂ ਬੜੇ ਦੁਖੀ ਸਨ ਕਿ ਗੁਰਮਤਿ ਬਰਾਬਰਤਾ ਦੀ ਗੱਲ ਕਿਉਂ ਦੁਖੀ ਕਰਦੀ ਹੈ। ਅੱਜ ਵੀ ਬਹੁਤ ਨੇ ਦੁਖੀ ਲੋਕ। ਗੁਰਬਾਣੀ ਦੀ ਬੇਅਦਬੀ ਕਿਉਂ ਹੁੰਦੀ ਹੈ? ਪਹਿਲਾਂ ਹੋਰ ਵੀ ਕਿਤੇ ਦੇਖਿਆ, ਕਿਤੇ ਬਾਈਬਲ ਦੀ, ਕਿਤੇ ਕੁਰਾਨ ਦੀ, ਕਿਤੇ ਗੀਤਾ ਦੀ ਬੇਅਦਬੀ ਹੁੰਦੀ ਦੇਖੀ ਤੁਸੀਂ? ਗੁਰਬਾਣੀ ਦੀ ਬੇਅਦਬੀ ਕਿਉਂ ਹੁੰਦੀ ਹੈ? ਗੁਰਬਾਣੀ ਦੀ ਇਸ ਕਰਕੇ, ਗੁਰਬਾਣੀ ਬਰਾਬਰਤਾ ਦੀ ਗੱਲ ਕਰਦੀ ਹੈ। ਗੁਰਬਾਣੀ ਮਨੁੱਖਾਂ ਦੀ ਆਜ਼ਾਦੀ ਦੀ ਗੱਲ ਕਰਦੀ ਹੈ। ਗੁਰਬਾਣੀ ਮਨੁੱਖ ਦੇ ਆਤਮ ਸਤਿਕਾਰ ਦੀ ਗੱਲ ਕਰਦੀ ਹੈ। ਤੇ ਮਨੁੱਖੀ ਸਮਾਜ ਦੇ ਅੰਦਰ ਹਰ ਥਾਂ ਤੇ ਕੁਝ ਤਾਕਤਾਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਬਰਾਬਰਤਾ ਦੀ ਗੱਲ ਨਾ ਕਰੋ, ਗਰੀਬ ਅਮੀਰ ਰਹਿਣਾ ਚਾਹੀਦਾ। ਊਚ ਨੀਚ ਦਾ ਭੇਦ ਭਾਵ, ਇਹ ਪਾਰਟੀਆਂ, ਇਹ ਧੜੇਬੰਦੀਆਂ, ਇਹ ਵਰਨ ਵੰਡ ਇਵੇਂ ਰਹਿਣੀ ਚਾਹੀਦੀ ਹੈ। ਕੋਈ ਸ਼ੂਦਰ ਕੋ ਬ੍ਰਾਹਮਣ ਦਾ ਭਾਵ ਇਵੇਂ ਚੱਲਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਦੀ ਵਿਰੋਧਤਾ ਹੀ ਇਸੇ ਕਰਕੇ ਹੋਈ। ਜਦ ਬਾਬਾ ਨਾਨਕ ਜੀ ਨੇ ਕਿਹਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਬਾਬੇ ਨਾਨਕ ਨੂੰ ਲੋਕਾਂ ਨੇ ਕੁਰਈਆ ਕਿਹਾ। ਬਾਬਾ ਨਾਨਕ ਲਾਲੋ ਜੀ ਦੇ ਘਰ ਗਏ, ਕਹਿਣ ਲੱਗੇ ਨਾਨਕ ਤਾਂ ਕੁਰਾਈ ਹੈ, ਇੱਕ ਸ਼ੂਦਰ ਦੇ ਘਰ 'ਚ ਬੈਠਾ ਹੋਇਆ ਹੈ, ਮਰਦਾਨੇ ਨੂੰ ਨਾਲ ਲਈ ਫਿਰਦਾ, ਮਰਾਸੀ ਨੂੰ, ਇਹ ਤੇ ਕੁਰਾਈਆ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਕਿਸੇ ਨੇ ਭੂਤਨਾ ਕਿਹਾ, ਕਿਸੇ ਨੇ ਬੇਤਾਲਾ ਕਿਹਾ। ਉਸੇ ਗੁਰੂ ਨਾਨਕ ਸਾਹਿਬ ਜੀ ਦੇ ਮਾਰਗ ਤੇ ਚੱਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਹਿਲੇ ਪੰਗਤ ਪਾਛੇ ਸੰਗਤ, ਜਿਹਨੇ ਦਰਬਾਰ 'ਚ ਆਉਣਾ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ, ਭਾਵੇਂ ਉਹ ਅਕਬਰ ਵਰਗਾ ਬਾਦਸ਼ਾਹ ਵੀ ਕਿਉਂ ਨਾ ਹੋਵੇ। ਹੋਰ ਮਨੁੱਖਾਂ ਦੀ ਤੇ ਗੱਲ ਹੀ ਕਿਤੇ ਹੈ। ਲੇਕਿਨ ਉਹਨਾਂ ਲੋਕਾਂ ਨੂੰ ਜਿਹੜੇ ਵਰਨ ਵੰਡ ਦੇ ਹਾਮੀ ਸਨ, ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਅੱਜ ਵੀ ਉਹ ਲੋਕ ਕਹਿੰਦੇ ਜੀ ਇਹ ਗੱਲ ਠੀਕ ਨਹੀਂ, ਵਰਨ ਵੰਡ ਹੋਣੀ ਚਾਹੀਦੀ। ਅੱਜ ਵੀ ਉਹ ਰੌਲਾ ਪਾਉਂਦੇ ਨੇ। ਅਸੀਂ ਕਹਿੰਦੇ ਜੀ ਆਜ਼ਾਦ ਮੁਲਕ ਹੈ, ਲੋਕਤੰਤਰ ਹੈ। ਲੋਕਤੰਤਰ ਦੇ ਅੰਦਰੋਂ ਤਾਕਤਾਂ ਬੜਾ ਸਿਰ ਚੁੱਕ ਕੇ ਕਹਿੰਦੀਆਂ ਕਿ ਵਰਨ ਵੰਡ ਹੋਣੀ ਚਾਹੀਦੀ ਹੈ, ਇਹ ਗਰੀਬ ਅਮੀਰ ਰਹਿਣਾ ਚਾਹੀਦਾ ਹੈ। ਲੇਕਿਨ ਗੁਰੂ ਸਾਹਿਬ ਦੀ ਵਿਰੋਧਤਾ ਸ਼ੁਰੂ ਹੋ ਗਈ। ਕੁਝ ਗੋਇੰਦਵਾਲ 'ਚ ਇਹੋ ਜਿਹੇ ਲੋਕ ਸਨ ਜਿਹੜੇ ਸਤਿਗੁਰੂ ਜੀ ਦੀ ਵਿਰੋਧਤਾ ਕਰਦੇ ਸਨ। ਉਹਨਾਂ ਨੇ ਸਤਿਗੁਰੂ ਜੀ ਦੇ ਵਿਰੁੱਧ ਇੱਕ ਮੁਕੱਦਮਾ ਵੀ ਦਾਇਰ ਕੀਤਾ ਸੀ। ਉਹਨਾਂ ਦੇ ਨਾਲ ਸੰਬੰਧਿਤ ਅਜਗਾਥਾ ਆਪਾਂ ਨੇ ਸਰਵਣ ਕਰਨੀ ਹੈ। ਆਓ ਗੁਰੂ ਕੇ ਪਿਆਰ 'ਚ ਜੁੜਦੇ ਹਾਂ, ਗੁਰੂ ਕੀ ਕਥਾ ਸਰਵਣ ਕਰੀਏ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਗੋਇੰਦਵਾਲ ਸੋਭਾ ਨਿਰਖ, ਸ਼ੇਖਨ ਰਚੇ ਨਿਕੇਤ। ਗੋਇੰਦਵਾਲ ਸਾਹਿਬ ਜੀ ਵਿੱਚ ਜਦੋਂ ਵਡਿਆਈ ਪਸਰੀ ਗੋਇੰਦਵਾਲ ਦੀ, ਦੂਰ ਦੁਰਾਡੇ ਤੋਂ ਆ ਕੇ ਲੋਕ ਰਹਿਣ ਲੱਗ ਪਏ।
ਇੱਥੇ ਕੁਝ ਸ਼ੇਖਾਂ ਦੇ ਘਰ ਸਨ, ਉਹ ਵੀ ਆ ਕੇ ਰਹਿਣ ਲੱਗ ਪਏ। ਅਕਬਰ ਸਾਥ ਰਹਿਤ ਵਹੀ ਸਭ ਬਾਇਨ ਸਮੇਤ। ਇਹਨਾਂ ਚੋਂ ਕੁਝ ਉਹ ਸਨ ਜਿਨ੍ਹਾਂ ਦਾ ਸਰਕਾਰੀ ਦਰਬਾਰੇ ਵੀ ਕੁਝ ਮੇਲ ਸੀ ਅਕਬਰ ਦੇ ਨਾਲ, ਕੁਝ ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ। ਗੁਰ ਸਥਾਨ ਮੰਗਲ ਬਹੁ ਹੋਵੇ ਗਾਵਤ ਸਭ ਸਿੱਖਨ ਸ਼ਬਦਨ ਜੋਵੇ। ਹੁਣ ਗੁਰੂ ਘਰ 'ਚ ਬੜੀ ਰੌਣਕ ਰਹਿੰਦੀ ਹੈ, ਦੇਸਾਂ ਪ੍ਰਦੇਸਾਂ ਤੋਂ ਲੋਕ ਆਉਂਦੇ ਨੇ। ਦੇਖੋ ਰੌਣਕ ਦਾ ਕਾਰਨ ਇੱਕ ਤਾਂ ਇਹ ਹੈ, ਹਰ ਮਨੁੱਖ ਨੂੰ ਸਨਮਾਨ ਮਿਲਦਾ ਹੈ, ਹਰ ਮਨੁੱਖ ਨੂੰ ਰਜਵੀ ਰੋਟੀ ਮਿਲਦੀ ਹੈ। ਇਹ ਦੁਨੀਆ ਦੇ ਸਾਰੇ ਧਰਮ ਸਥਾਨਾਂ ਤੇ ਤੁਸੀਂ ਜਾਓ, ਇਹ ਗੁਰੂ ਨਾਨਕ ਦਾ ਘਰ ਹੈ ਜਿੱਥੋਂ ਕਦੀ ਕੋਈ ਆ ਕੇ ਭੁੱਖਾ ਨਹੀਂ ਜਾ ਸਕਦਾ। ਹਰ ਕਿਸੇ ਨੂੰ ਸਤਿਕਾਰ ਨਾਲ ਪਿਆਰ ਨਾਲ ਬਰਾਬਰ ਬਿਠਾ ਕੇ ਪ੍ਰਸ਼ਾਦ ਪਾਣੀ ਛਕਾਇਆ ਜਾਂਦਾ ਹੈ। ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਅਸੀਂ ਗੁਰਸਿੱਖ ਘਰਾਣਿਆਂ 'ਚ ਜਨਮੇ ਹਾਂ, ਸਾਨੂੰ ਇਹ ਵੱਡੀ ਨਹੀਂ ਜਾਪਦੀ। ਪਰ ਉਹਨਾਂ ਲੋਕਾਂ ਨੂੰ ਪੁੱਛੋ ਨਾ ਜਿਨ੍ਹਾਂ ਨੂੰ ਕਦੀ ਸਤਿਕਾਰ ਹੀ ਨਹੀਂ ਮਿਲਿਆ, ਜਿਨ੍ਹਾਂ ਨੂੰ ਬਰਾਬਰ ਬਹਿਣ ਦਾ ਅਧਿਕਾਰ ਹੀ ਨਹੀਂ ਮਿਲਿਆ, ਜਦੋਂ ਉਹਨਾਂ ਨੂੰ ਬਰਾਬਰ ਬਿਠਾ ਕੇ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਹੈ ਨਾ, ਤੇ ਉਹਨਾਂ ਦੇ ਦਿਲ 'ਚ ਜੋ ਖੁਸ਼ੀ ਸਵੈਮਾਨ ਜਾਗਦਾ, ਇਹ ਉਹ ਕਿਹਾ ਨਹੀਂ ਜਾ ਸਕਦਾ। ਅੱਜ ਤੋਂ 2-3 ਸਾਲ ਪਹਿਲਾਂ ਇੱਕ ਸਾਊਥ ਦਾ ਪਰਿਵਾਰ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ, ਲੰਗਰ ਛਕ ਰਹੇ ਨੇ। ਉਹਨਾਂ 'ਚ ਇੱਕ ਬੀਬੀ ਹੈ, ਉਹ ਪ੍ਰਸ਼ਾਦਾ ਛਕਦੀ ਨਾਲੇ ਉਹਦੀ ਅੱਖਾਂ 'ਚੋਂ ਪਾਣੀ ਵਗ ਰਿਹਾ ਹੈ। ਸੇਵਾਦਾਰ ਪੁੱਛਣ ਲੱਗਾ, ਬੀਬਾ ਇੱਥੇ ਆ ਕੇ ਤੇ ਦੁਨੀਆ ਖੁਸ਼ ਹੁੰਦੀ, ਤੂੰ ਰੋ ਰਹੀ ਹੈ? ਉਹ ਕਹਿਣ ਲੱਗੀ, ਮੈਂ ਰੋ ਨਹੀਂ ਰਹੀ, ਦਰਅਸਲ ਆ ਜਿਹੜੇ ਮੇਰੇ ਆਲੇ ਦੁਆਲੇ ਬੈਠੇ ਨੇ ਮਾਲਕ ਨੇ ਮੇਰੇ, ਮੈਂ ਇਹਨਾਂ ਦੀ ਨੌਕਰਾਣੀ ਆ, ਤੇ ਮੈਂ ਸਾਰੀ ਜ਼ਿੰਦਗੀ ਇਹਨਾਂ ਨੂੰ ਛਕਾਉਂਦੀ ਰਹੀ। ਇਹਨਾਂ ਨੂੰ ਪਹਿਲਾਂ ਖਵਾਉਣਾ, ਬਚਿਆ ਪਿੱਛੇ ਦੂਰ ਬੈਠ ਕੇ ਖਾ ਲੈਣਾ, ਵੱਖਰਿਆਂ ਜਾਂ ਨੀਵੇਂ ਜਿਹੇ ਥਾਂ ਬੈਠ ਕੇ। ਅੱਜ ਮੈਂ ਇਹਨਾਂ ਦੇ ਵਿੱਚ ਬੈਠ ਕੇ ਖਾ ਰਹੀ, ਇਹਨਾਂ ਵਰਗਾ ਖਾ ਰਹੀ ਹਾਂ। ਉਹ ਖੁਸ਼ੀ ਦੇ ਹੰਝੂ ਨੇ। ਇਹ ਗੁਰੂ ਨਾਨਕ ਦਾ ਘਰ ਹੈ। ਜਿਹੜੇ ਕਦੀ ਆਪਣੇ ਅੰਦਰ ਹਮੇਸ਼ਾ ਹੀਣ ਭਾਵਨਾ ਸੰਭਾਲੀ ਬੈਠੇ ਸਨ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਰਾਬਰ ਕਰ ਦਿੱਤਾ। ਉਹਨਾਂ ਲਈ ਬਹੁਤ ਵੱਡੀ ਗੱਲ ਹੈ। ਇਸ ਕਰਕੇ ਇਹ ਗੱਲ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਦਬਾ ਕੇ ਰੱਖਣਾ ਚਾਹੁੰਦੇ ਹਾਂ, ਇਹ ਹੁਣ ਸਾਡੇ ਬਰਾਬਰ ਬੈਠਣ। ਇਸ ਕਰਕੇ ਇਹੋ ਜਿਹੇ ਖਿਆਲਾਂ ਦੇ ਜਿਹੜੇ ਲੋਕ ਸਨ, ਉਹਨਾਂ ਨੂੰ ਗੁਰੂ ਘਰ ਦੀ ਸ਼ੋਭਾ ਚੰਗੀ ਨਾ ਲੱਗੀ, ਰੌਣਕ ਚੰਗੀ ਨਾ ਲੱਗੀ। ਸ਼ੇਖਨ ਕੇ ਸਿਸ ਦੇਖ ਸੋ ਚਾਲੀ ਸਹਿ ਨਾ ਸਕੇ ਵੈ ਕਰੇ ਕੋ ਚਾਲੀ। ਜਿਹੜੇ ਸ਼ੇਖ ਨੇ ਇਹ ਵੀ ਇਸ ਗੱਲ ਨੂੰ ਸਹਿਣ ਨਹੀਂ ਕਰਦੇ ਕਿ ਗੁਰੂ ਘਰ 'ਚ ਨੇ ਤਾਵਾਜਾਈ ਰਹਿੰਦੀ, ਇੰਨੀ ਰੌਣਕ ਰਹਿੰਦੀ ਹੈ, ਔਰ ਉਹਨਾਂ ਨੇ ਹਮੇਸ਼ਾ ਹੀ ਕੋਈ ਨਾ ਕੋਈ ਖੋਟੀ ਚਾਲ ਚੱਲਦੇ ਰਹਿਣਾ। ਨੀਰ ਬਰਨ ਕੱਢ ਲੈ ਸਿੱਖ ਜਾਵੇ ਬਾਲ ਗੋਮੇ ਗੋਲੇਲਾ ਮਾਰ ਗਵਾਵੇ। ਗੁਰਸਿੱਖ ਜਦੋਂ ਪਾਣੀ ਭਰਨ ਲਈ ਜਾਂਦੇ ਨੇ ਪਿੰਡ ਦੇ ਖੂਹ ਤੋਂ ਜਾਂ ਜਿੱਥੋਂ ਵੀ, ਤੇ ਉਹ ਉਹਨਾਂ ਦੇ ਬੱਚੇ ਜਿਹੜੇ ਨਾ ਗੁਲੇਲਾ ਮਾਰ ਕੇ ਘੜੇ ਤੋੜ ਦਿੰਦੇ ਹਨ। ਯਾ ਵਿਦ ਬਹੁਤ ਕਰੀ ਜਬ ਤਿਨੈ ਗੁਰ ਬੈ ਸਿੱਖਿਆ ਨ ਕੀਨੀ ਬਿਨੈ। ਹਰ ਰੋਜ਼ ਹੀ ਇਦਾਂ ਕਰਨ ਲੱਗ ਪਏ। ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਸ਼ੇਖਨ ਸੁਧ ਘਟ ਤੋਰੈ ਤੂਰਨ ਜਲ ਕੋ ਜਬ ਕਰ ਲਿਆਵੇ ਪੂਰਨ। ਜਦੋਂ ਅਸੀਂ ਪਾਣੀ ਲੈਣ ਜਾਂਦੇ ਆ, ਆ ਜਿਹੜੇ ਸ਼ੇਖ ਨੇ ਇਹਨਾਂ ਦੇ ਬੰਦੇ ਸਾਡੇ ਘੜੇ ਤੋੜ ਦਿੰਦੇ ਹਨ। ਤਬ ਕਰੁਣਾ ਕਰ ਬੋਲੇ ਬਾਣੀ ਮਸ਼ਕੈ ਬੀਜ ਲਿਆਵੋ ਪਾਣੀ। ਸਤਿਗੁਰੂ ਜੀ ਬੜੇ ਦਿਆਲੂ ਸਨ। ਦੇਖੋ ਗੁਰਮਤ ਕਿਤੇ ਵੀ ਟਕਰਾਅ ਨਹੀਂ ਚਾਹੁੰਦੀ, ਲੜਾਈ ਨਹੀਂ ਚਾਹੁੰਦੀ। ਲੜਾਈ ਕਰਨਾ ਗੁਰਮਤ ਦਾ ਕਿਤੇ ਮਾਰਗ ਨਹੀਂ ਰਿਹਾ। ਪਰ ਜਦੋਂ ਸਿਰੋਂ ਪਾਣੀ ਲੰਘ ਜੇ, ਫਿਰ ਹੋਰ ਹਥਿਆਰ ਵੀ ਕੋਈ ਨਹੀਂ ਨਾ। ਸਤਿਗੁਰੂ ਜੀ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ ਹੈ, ਤੁਸੀਂ ਘੜੇ ਨਹੀਂ ਤੇ ਮਸ਼ਕਾਂ ਲੈ ਲਓ। ਮਸ਼ਕਾਂ ਹੁੰਦੀਆਂ ਸਨ ਵੱਡੀਆਂ ਵੱਡੀਆਂ, ਜਿਨ੍ਹਾਂ 'ਚ ਪਾਣੀ ਭਰ ਕੇ ਲਿਆਇਆ ਜਾਂਦਾ ਸੀ, ਉਹਦੇ ਵਿੱਚ ਪਾਣੀ ਭਰ ਕੇ ਲੈ ਆਓ। ਮਾਨ ਬਚਨ ਤਿਉ ਹੀ ਤਿਨ ਕੀਨੀ ਜਲ ਭਰਬੇ ਕੋ ਮਸ਼ਬ ਮਸ਼ਕੈ ਲੀਨੀ। ਗੁਰਸਿੱਖਾਂ ਨੇ ਗੁਰੂ ਕੇ ਬਚਨ ਮੰਨ ਲਏ, ਪਾਣੀ ਦੇ ਲਈ ਮਸ਼ਕਾਂ ਲੈ ਲਈਆਂ ਹਨ। ਤਬ ਬਾਰਕ ਕਰ ਤਾਰ ਕਮਾਨੇ ਤੀਰ ਮਾਰ ਫਾਰੇ ਅਭਿਮਾਨੈ। ਉਹਨਾਂ ਸ਼ੇਖਾਂ ਦੇ ਨਿਆਣਿਆਂ ਨੇ ਕਮਾਨ ਲੈ ਲਏ, ਤੀਰ ਦੇ ਨਾਲ ਉਹ ਮਸ਼ਕ ਨੂੰ ਪਾੜ ਦਿੰਦੇ ਹਨ। ਪੁਨ ਸਿੱਖਨ ਗੁਰ ਕੇਰ ਹਦੂਰਾ ਸਕਲ ਬਿਰਤਾਂਤ ਬਖਾਨਿਓ ਤੂਰਾ। ਸਿੱਖਾਂ ਨੇ ਫਿਰ ਸਤਿਗੁਰੂ ਜੀ ਕੋਲ ਇਹ ਸਾਰਾ ਬਿਰਤਾਂਤ ਦੱਸਿਆ। ਮਹਾਰਾਜ ਸਾਡੀਆਂ ਤੇ ਮਸ਼ਕਾਂ ਵੀ ਪਾੜਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ। ਮਸ਼ਕੈ ਫਾਰਤ ਕਸ ਕੇ ਤੀਰਨ ਬਸਨੇ ਚਲਤ ਕਰਤ ਅਵਗੀਰਨ। ਮਹਾਰਾਜ ਤੀਰ ਮਾਰ ਕੇ ਉਹ ਪਾੜ ਦਿੰਦੇ ਨੇ ਮਸ਼ਕ ਨੂੰ, ਸਾਡਾ ਉੱਥੇ ਵਸ ਨਹੀਂ ਚੱਲਦਾ ਕੋਈ। ਤਬ ਮੁਖ ਚੰਦ ਬਚਨ ਪ੍ਰਕਾਸ਼ੇ ਗਾਗਰ ਮੈਂ ਜਲ ਲਿਆਓ ਹੁਲਾਸੇ। ਸਤਿਗੁਰੂ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ, ਤੁਸੀਂ ਗਾਗਰਾਂ ਲੈ ਲਓ। ਘੜੇ ਤੋੜ ਦਿੰਦੇ ਨੇ ਮਸ਼ਕਾਂ, ਤੁਸੀਂ ਗਾਗਰਾਂ ਪਿੱਤਲ ਦੀਆਂ ਲੈ ਲਓ, ਉਹਨਾਂ 'ਚ ਪਾਣੀ ਲਾਇਆ ਕਰੋ। ਸਤ ਭਾਖ ਕੀ ਨੀਤ ਨੇ ਐਸੇ ਕਈ ਮੁਕੰਦ ਆਨੰਦਤ ਜੈਸੇ। ਮੁਕਤੀ ਦੇ ਦਾਤੇ ਸਤਿਗੁਰੂ ਜੀ ਨੇ ਜਿਸ ਤਰ੍ਹਾਂ ਕਿਹਾ, ਗੁਰਸਿੱਖਾਂ ਨੇ ਉਵੇਂ ਮੰਨ ਲਿਆ। ਮੈਂ ਬਾਲਕ ਘਟਈ ਤਨ ਭਾਨੈ ਜ਼ੁਲਮੀ ਕਰੇ ਦੁਸ਼ਟ ਅਭਿਮਾਨੈ। ਬਾਲਕ ਜਿਹੜੇ ਨੇ ਉਹ ਫਿਰ ਵੀ ਸ਼ਰਾਰਤਾਂ ਕਰਦੇ ਰਹੇ, ਆਪਣੇ ਇਹਨਾਂ ਕੰਮਾਂ ਤੋਂ ਬਾਜ ਨਾ ਆਏ। ਮਾਤਾ ਦਾਤ ਦਿਨ ਕੇ ਨੈ ਹੋ ਰੈ ਹੋਤ ਬਰਸਨ ਨਿਹਾਰ ਬਹੋਰੈ। ਇਹਨਾਂ ਦੇ ਮਾਂ ਪਿਓ ਨੂੰ ਜਦੋਂ ਕਿਹਾ ਜਾਂਦਾ ਉਹ ਵੀ ਨਹੀਂ ਰੋਕਦੇ, ਸਗੋਂ ਬੜੇ ਖੁਸ਼ ਹੁੰਦੇ ਨੇ।
ਇਹਨਾਂ ਦੀਆਂ ਸ਼ਰਾਰਤਾਂ, ਕਈ ਵਾਰੀ ਬੱਚੇ ਸ਼ਰਾਰਤ ਕਰਨ ਤੇ ਮਾਂ ਪਿਓ ਖੁਸ਼ ਹੁੰਦੇ ਨੇ। ਦਰਅਸਲ ਬਜਾਏ ਦੇ ਕਿ ਉਹਨਾਂ ਨੂੰ ਸਮਝਾਇਆ ਜਾਏ, ਇਹਨਾਂ ਨੇ ਸਗੋਂ ਹੋਰ ਖੁਸ਼ ਹੋਣਾ। ਪੁਨ ਅਰਦਾਸ ਕਰੀ ਸਭ ਸੰਗਤ, ਗਗਰਨ ਤੋਰੈ ਬਾਲਕ ਪੰਗਤ। ਸਿੱਖਾਂ ਨੇ ਫਿਰ ਕਿਹਾ, ਮਹਾਰਾਜ ਜੀ ਉਹ ਬੱਚੇ ਗਾਗਰਾਂ ਤੇ ਵੀ ਇਦਾਂ ਪੱਥਰ ਮਾਰਦੇ ਨੇ, ਗਾਗਰਾਂ ਵੀ ਤੋੜਨ ਤੱਕ ਜਾਂਦੇ ਹਨ। ਸੁਨ ਦੂਸ਼ਣ ਕਰੁਣਾ ਕਰ ਹੋਏ, ਉਤਰ ਨਾਏ ਦਿਓ ਤਬ ਕੋਏ। ਸਤਿਗੁਰੂ ਜੀ ਚੁੱਪ ਕਰ ਗਏ, ਕੋਈ ਉੱਤਰ ਨਾ ਦਿੱਤਾ। ਜਾਣੀ ਜਾਣ ਸਤਿਗੁਰੂ ਜੀ ਨੇ। ਤਾਂ ਤਬੈ ਸੰਨਿਆਸੀ ਆਏ, ਬਾਲਨ ਤੈਸੇ ਕੀਨੀ ਜਾਏ। ਕਿਉਂਕਿ ਆਨੰਦਪੁਰ ਸਾਹਿਬ ਸ਼ਾਹੀ ਸੜਕ ਤੇ ਸੀ। ਆ ਸ਼ੇਰ ਸਾਹਿਬ ਮਸੂਰੀ ਮਾਰਗ ਜਿਹੜਾ ਹੈ, ਇਹ ਤੇ ਬਾਅਦ ਵਿੱਚ ਇੰਨਾ ਵੱਡਾ ਪ੍ਰਚਲਿਤ ਹੋਇਆ। ਪਹਿਲਾਂ ਆਨੰਦਪੁਰ ਤੋਂ ਸਿੱਧਾ ਰਾਇਤਾ ਜਿਹੜੇ ਜਰਨੈਲੀ ਗੋਇੰਦਵਾਲ ਸਾਹਿਬ ਤੋਂ ਜਰਨੈਲੀ ਸੜਕ ਜਾਂਦੀ ਸੀ। ਇੱਥੋਂ ਦੀ ਆਵਾਜਾਈ ਬੜੀ ਸੀ। ਵੈਸੇ ਵੀ ਆਨੰਦਪੁਰ ਗੋਇੰਦਵਾਲ ਸਾਹਿਬ ਚ ਰੌਣਕ ਹੋ ਗਈ ਸੀ, ਹੋਰ ਕਈ ਮੱਤਾਂ ਦੇ ਲੋਕ ਆਉਂਦੇ ਸਨ। ਇੱਕ ਵਾਰੀ ਇੱਕ ਸੰਨਿਆਸੀਆਂ ਦਾ ਜਥਾ ਗੋਇੰਦਵਾਲ ਸਾਹਿਬ ਜੀ ਵਿੱਚ ਆ ਗਿਆ। ਨੀਰਪੁਰ ਜਬ ਲਿਆਵੇ ਕੋ, ਤੋਰ ਦੇਤ ਬਿਨ ਬੇਰ ਸੋਹੂ। ਔਰ ਉਹ ਜਿਹੜੇ ਸੰਨਿਆਸੀ ਸਨ, ਉਹ ਵੀ ਜਿਸ ਵੇਲੇ ਆਏ ਇੱਥੇ ਇਸ ਸਥਾਨ ਤੇ, ਲਾਗਿਓ ਤਹਾਂ ਗੋਲੇਲਾ ਜਾਈ, ਨਿਕਸਿਓ ਨੈਣ ਮਹੰਤ ਤਦਾਈ। ਉਹ ਵੀ ਜਿੱਦਾਂ ਸਿੱਖ ਪਾਣੀ ਭਰ ਕੇ ਲਿਆਉਂਦੇ ਸਨ ਤੇ ਉਹਨਾਂ ਦੇ ਗੁਲੇਲਾ ਮਾਰਦੇ ਸਨ। ਹੁਣ ਸੰਨਿਆਸੀਆਂ ਦੇ ਬੰਦੇ ਵੀ ਲਿਆ ਰਹੇ ਨੇ ਪਾਣੀ, ਤੇ ਉਹਨਾਂ ਬੱਚਿਆਂ ਨੇ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਗੁਲੇਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦਾ ਇੱਕ ਮਹੰਤ ਸੀ, ਉਸ ਦੀ ਅੱਖ 'ਚ ਜਾ ਕੇ ਇੱਕ ਦਾ ਨਿਸ਼ਾਨਾ ਲੱਗ ਗਿਆ। ਸ਼ਸਤਰ ਬਗਰ ਕਰ ਕੇਤੇ ਮਾਰੇ, ਕੇਤੇ ਚੀਰੇ ਕੇਤੇ ਫਾਰੇ। ਹੁਣ ਸੰਨਿਆਸੀ ਜਿਹੜੇ ਇਹ ਹਥਿਆਰਬੰਦ ਹੁੰਦੇ ਨੇ, ਇਹ ਲੜਾਈ ਵਿੱਚ ਬੜੇ ਮਾਹਿਰ ਹੁੰਦੇ ਨੇ। ਜਦੋਂ ਉਹਨਾਂ ਦੇ ਮਹੰਤ ਦੇ ਲੱਗਾ ਤੇ ਉਹਨਾਂ ਨੂੰ ਗੁੱਸਾ ਬੜਾ ਆਇਆ। ਸਾਰੇ ਸੰਨਿਆਸੀਆਂ ਨੇ ਆਪਣੇ ਹਥਿਆਰ ਚੁੱਕ ਲਏ। ਉਹਨਾਂ ਨੇ ਸ਼ੇਖਾਂ ਦੇ ਮੁੰਡਿਆਂ ਦੀ ਬੜੀ ਕਟਾ ਵੱਢ ਕੀਤੀ, ਕੁਝ ਮਾਰ ਤੇ ਕੁਝ ਜ਼ਖਮੀ ਕਰ ਦਿੱਤੇ। ਤਈ ਸਮੈ ਤੁਰਕਨ ਕੋ ਡੇਰਾ, ਬਰਿਓ ਆਏ ਬੁਰ ਕੇ ਚੌਫੇਰਾ। ਪਹਿਲੀ ਤਾਂ ਮਾਰ ਇਹਨਾਂ ਨੂੰ ਇਹ ਪੈ ਗਈ ਕਿ ਸੰਨਿਆਸੀਆਂ ਨੇ ਬੜਾ ਮਾਰਿਆ ਇਹਨਾਂ ਨੂੰ। ਕੁਝ ਮਰ ਗਏ, ਕੁਝ ਕੱਟ ਵੱਢ ਕਰ ਦਿੱਤੀ, ਕੁੱਟੇ ਕੱਟੇ ਵੀ। ਔਰ ਕੁਦਰਤੀ ਇੱਕ ਹੋਰ ਘਟਨਾ ਵਾਪਰੀ। ਇੱਥੇ ਇੱਕ ਆ ਕੇ ਫੌਜ ਦਾ ਤੁਰਕਾ ਸ਼ਾਹੀ ਫੌਜ ਦਾ ਡੇਰਾ ਜਿਹੜਾ ਸੀ ਠਹਿਰ ਗਿਆ। ਖਚਰਨ ਧਨ ਕੀ ਲਦੀ ਅਨੇਕਾ, ਉਤਰੀ ਆਏ ਰੈਨ ਕਰ ਟੇਕਾ। ਇਹ ਫੌਜ ਕੋਈ ਖਜ਼ਾਨਾ ਲੈ ਕੇ ਜਾ ਰਹੀ ਸੀ, ਤੇ ਉਹ ਜਿਹੜੀਆਂ ਧਨ ਦੀਆਂ ਖਚਰਾਂ ਸਨ ਇੱਥੇ ਲਿਆ ਕੇ ਰੋਕੀਆਂ। ਆਬਾਦੀ ਕਰਕੇ ਨੇੜੇ ਆ ਕੇ ਰੋਕ ਲੀਆਂ। ਫੌਜ ਵੀ ਉਤਰ ਗਈ। ਪ੍ਰਾਤ ਕਾਲ ਚਲਬੋ ਤਿਨ ਕੀਨੋ, ਆਦੀ ਆਈ ਪ੍ਰਲੈ ਸੀ ਚੀਨੋ। ਉਹਨਾਂ ਸੋਚਿਆ ਕਿ ਸਵੇਰੇ ਚੱਲ ਪਾਂਗੇ। ਕੁਝ ਰਾਤ ਠਹਿਰ ਗਏ। ਜਿਸ ਵੇਲੇ ਰਾਤ ਆਈ ਤੇ ਹਨੇਰੀ ਬੜੀ ਤਗੜੀ ਆ ਗਈ ਰਾਤ ਨੂੰ। ਆਪਨੋ ਪਰੋ ਨਾ ਦੇਖਿਓ ਜਾਈ, ਜਨ ਸਗਲੇ ਬੇਅੰਦ ਤਦਾਈ। ਇੰਨੀ ਹਨੇਰੀ ਜਾਂ ਐਵੇਂ ਕਹ ਲੋ ਮਿੱਟੀ ਘੱਟਾ ਚੜਿਆ ਕਿ ਇੱਕ ਤਾਂ ਹਨੇਰਾ ਸੀ, ਹਨੇਰੀ ਸੀ, ਫਿਰ ਉਹਦੇ ਕਰਕੇ ਆਪਣੇ ਪਰਾਏ ਦਾ ਪਤਾ ਨਹੀਂ ਲੱਗਦਾ। ਬਹੁਤ ਜ਼ਿਆਦਾ ਉਸ ਵੇਲੇ ਹਨੇਰੀ 'ਚ ਇਧਰ ਉਧਰ ਦੌੜ ਬੰਚ ਮੱਚ ਗਈ। ਬਾਹੇ ਲਾਗ ਗਿਰ ਹੈ ਨਰ ਘੋਰੇ, ਖੱਚਰ ਭਾਜੀ ਤਵੇ ਔਰ ਪੋਰੇ। ਹਨੇਰੀ ਬੜੀ ਤੇਜ਼ ਸੀ। ਹਵਾ ਦੇ ਨਾਲੋਂ ਜਿਹੜੀਆਂ ਖੱਚਰਾਂ ਸਨ ਜਿਨ੍ਹਾਂ ਤੇ ਖਜ਼ਾਨਾ ਲੱਦਿਆ ਹੋਇਆ ਸੀ, ਉਹ ਵੀ ਇਧਰ ਉਧਰ ਭੱਜ ਗਈਆਂ। ਬਰੀ ਜਾਏ ਤਿਨ ਤੁਰਕਨ ਧਾਮਾ, ਗੁਰਸੋ ਕਰਤ ਵਿਰੋਧ ਜੇ ਗ੍ਰਾਮਾ। ਹੁਣ ਉਹ ਖੱਚਰਾਂ ਕੁਦਰਤੀ ਜਿਹੜੀਆਂ ਆਬਾਦੀ ਸਨ ਉਹਨਾਂ ਦੇ ਘਰਾਂ 'ਚ ਜਾ ਵੜੀਆਂ। ਉਹ ਸ਼ੇਖਾਂ ਦੇ ਘਰਾਂ ਵਿੱਚ ਜਾ ਵੜੀਆਂ, ਜਿੱਥੇ ਜਿੱਥੇ ਵੀ ਕਿਸੇ ਨੂੰ ਥਾਂ ਮਿਲੀ ਜਾਂ ਕੁਝ ਉਹਨਾਂ ਨੇ ਆਪ ਅੰਦਰ ਕਰ ਲਈਆਂ। ਤਾਤ ਕਾਲ ਤਿਨ ਅੰਤਰ ਪਾਈ, ਖੁਰਾ ਖੋਜ ਮਾਨਿਓ ਨ ਜਾਈ। ਉਹ ਖੱਚਰਾਂ ਤੇ ਆਬਾਦੀ ਕਰਕੇ ਘਰਾਂ ਦੇ ਨੇੜੇ ਨੇੜੇ ਆਸਰਾ ਲੈ ਕੇ ਖੜੀਆਂ ਹੋਣਗੀਆਂ। ਇਹਨਾਂ ਨੇ ਆਪੋ ਆਪਣੇ ਘਰਾਂ 'ਚ ਲੁਕਾ ਲਈਆਂ। ਉੱਪਰ ਧਨ ਲੱਦਿਆ ਹੋਇਆ ਸੀ। ਹੁਣ ਜਿਸ ਵੇਲੇ ਦਿਨ ਚੜ੍ਹਿਆ ਤੇ ਉਹ ਫੌਜ ਖੱਚਰਾਂ ਲੱਭਣ ਨਾ, ਪਤਾ ਨਾ ਲੱਗੇ ਕਿੱਧਰ ਨੂੰ ਜਾਂਦੀਆਂ ਹਨ। ਆਂਦੀ ਹੱਡੀ ਭਇਓ ਜਿਆਰਾ, ਖੱਚਰ ਦੇਖਣ ਲੱਗੇ ਅਪਾਰਾ। ਜਿਸ ਵੇਲੇ ਹਨੇਰੀ ਹਟੀ, ਕੁਝ ਚਾਨਣ ਹੋਇਆ ਤੇ ਖੱਚਰਾਂ ਦੀ ਭਾਲ ਸ਼ੁਰੂ ਹੋ ਗਈ ਕਿ ਉਹ ਖਜ਼ਾਨੇ ਵਾਲੀਆਂ ਖੱਚਰਾਂ ਕਿੱਧਰ ਚਲੀਆਂ ਗਈਆਂ ਹਨ। ਟੋਲ ਟੋਲ ਬਹੁ ਰਹੇ ਨਾ ਪਾਈ, ਹੋਏ ਨਿਰਾਸ਼ ਜਬ ਚੱਲੇ ਮੁਰਾਈ। ਹੁਣ ਉਹਨਾਂ ਨੂੰ ਖੱਚਰਾਂ ਮਿਲਦੀਆਂ ਨਹੀਂ, ਬੜਾ ਭਾਲ ਕੀਤੀ ਹੈ, ਬੜੇ ਨਿਰਾਸ਼ ਹੋ ਗਏ। ਗ੍ਰਹਿ ਅੰਤਰ ਖੱਚਰ ਤਬ ਬੋਲੀ, ਬਰੇ ਸਿਰਾਨ ਰਾਸ ਜਬ ਲੀਨਸ ਖੋਲੀ। ਕਰਨੀ ਰੱਬ ਦੀ ਇਹ ਫੌਜ ਤੁਰੀ ਜਾ ਰਹੀ ਸੀ ਗਲੀਆਂ ਚੋਂ। ਇੱਕ ਘਰ 'ਚ ਖੱਚਰ ਬੋਲ ਪਈ। ਖੱਚਰ ਦੇ ਬੋਲਣ ਨਾਲ ਇਹਨਾਂ ਨੂੰ ਸ਼ੱਕ ਪੈ ਗਿਆ। ਜਦੋਂ ਅੰਦਰ ਵੜੇ, ਅੰਦਰੋਂ ਇੱਕ ਖੱਚਰ ਜਿਹੜੀ ਧਨ ਨਾਲ ਲੱਦੀ ਹੋਈ ਲੱਭ ਲਈ ਇਹਨਾਂ ਨੇ। ਜਬਦ ਕਰਿਓ ਘਰ ਬਾਹਰ ਤਿਨ ਕੋ, ਗੁਰਸੋ ਬੈਰ ਹੋ ਤੋ ਤੇ ਜਿਨ ਕੋ। ਹੁਣ ਇਹ ਸ਼ਾਹੀ ਖਜ਼ਾਨਾ ਸੀ, ਮਾਮੂਲੀ ਤਾਂ ਹੈ ਨਹੀਂ ਸੀ। ਆਮ ਬੰਦੇ ਦਾ ਹੁੰਦਾ ਤੇ ਚਲੋ ਚੁੱਪ ਕਰਕੇ ਲੜ ਝਗੜ ਕੇ ਚਲਿਆ ਜਾਂਦਾ। ਹੁਣ ਸ਼ਾਹੀ ਖਜ਼ਾਨੇ ਦੇ ਲੁਕਾਉਣ ਦੇ ਜਾਂ ਚੋਰੀ ਦੇ ਦੋਸ਼ ਵਿੱਚ ਇਹਨਾਂ ਦੇ ਘਰ ਘਾਟ ਜਿਹੜੇ ਸਨ ਉਹ ਜ਼ਬਤ ਕਰ ਲਏ ਗਏ।
ਇਹ ਉਹ ਨੇ ਜਿਹੜੇ ਗੁਰੂ ਘਰ ਨਾਲ ਬਿਨਾਂ ਕਾਰਨ ਤੋਂ ਵੈਰ ਕਰਦੇ ਸਨ। ਪਹਿਲਾਂ ਤੇ ਸੰਨਿਆਸੀਆਂ ਪਾਸੋਂ ਇਹਨਾਂ ਨੂੰ ਮਾਰ ਪਈ, ਫਿਰ ਇਹ ਫੌਜ ਦੇ ਰਾਹੀਂ ਇਹਨਾਂ ਨੂੰ ਕਾਫੀ ਮਾਰ ਝੱਲਣੀ ਪਈ। ਕੇਤਕ ਫਾਂਸੀ ਦੀਨ ਉਠਾਈ, ਕੇਤਕ ਕੀ ਤਬ ਪਤ ਉਤਰਾਈ। ਇਹਨਾਂ ਤੇ ਉਸ ਵੇਲੇ ਮਾਮਲਾ ਦਰਜ ਹੋਇਆ, ਕਈਆਂ ਨੂੰ ਫਾਹੇ ਲਾਇਆ ਗਿਆ, ਕਈਆਂ ਨੂੰ ਕੈਦ ਕਰ ਦਿੱਤਾ ਗਿਆ, ਕਈਆਂ ਦੇ ਘਰ ਜ਼ਬਤ ਕਰ ਲਏ ਗਏ। ਗੁਰ ਪੈ ਸਿੱਖਨ ਕਹੀ ਸਪੂਰਨ, ਸੁਨ ਗੁਰ ਕੈਦ ਬਏ ਤਬ ਤੂਰਨ। ਸਿੱਖਾਂ ਨੇ ਇਹ ਸਾਰੀ ਜਿਹੜੀ ਗੱਲਬਾਤ ਸੀ ਸਤਿਗੁਰੂ ਜੀ ਨੂੰ ਸੁਣਾਈ ਕਿ ਮਹਾਰਾਜ ਜਿਹੜੇ ਲੋਕੀ ਸਾਨੂੰ ਤੰਗ ਕਰਦੇ ਸਨ ਉਹਨਾਂ ਤੇ ਦੋਹਰੀ ਮਾਰ ਪੈ ਗਈ, ਪਹਿਲਾਂ ਸੰਨਿਆਸੀਆਂ ਦੀ ਫਿਰ ਸ਼ਾਹੀ ਫੌਜ ਦੀ। ਸਤਿਗੁਰੂ ਜੀ ਇਹ ਸੁਣ ਕੇ ਚੁੱਪ ਕੀ, ਤੇਰੇ ਕੋਈ ਗੱਲ ਉਹਨਾਂ ਨੇ ਨਾ ਕਹੀ। ਏਕ ਸੰਤ ਬੈ ਸਿੱਖ ਸੋ ਬੋਲਿਓ, ਸੋ ਸੁਨਿਓ ਤਰ ਧਿਆਨ ਅਮੋਲਿਓ। ਇੱਕ ਗੁਰੂ ਕਾ ਪਿਆਰਾ ਸਿੱਖ ਸੀ, ਬੋਲਿਆ ਉਸ ਵੇਲੇ, ਕਹਿਣ ਲੱਗਾ ਕਿ ਦੇਖੋ ਜਿਹੜਾ ਦੂਜਿਆਂ ਦਾ ਬੁਰਾ ਕਰਦਾ ਉਹਦਾ ਭਲਾ ਕਿਵੇਂ ਹੋ ਸਕਦਾ ਹੈ। ਦੂਜਿਆਂ ਦਾ ਬੁਰਾ ਕਰਨ ਵਾਲਾ ਜਿਹੜਾ ਹੈ ਉਹਦਾ ਬੁਰਾ ਹੀ ਹੋਵੇਗਾ। ਗੁਰਬਾਣੀ ਨੇ ਇੱਕ ਬੜਾ ਪਿਆਰਾ ਉਪਦੇਸ਼ ਸਾਨੂੰ ਦਿੱਤਾ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਦੂਜਿਆਂ ਦਾ ਬੁਰਾ ਕਰਨ ਦੇ ਨਾਲ ਆਪਣਾ ਵੀ ਬੁਰਾ ਹੀ ਹੁੰਦਾ ਹੈ। ਭਲਾ ਕਰੇ ਜੋ ਬੁਰਾ ਕਰਾਵੇ, ਬਦਲਾ ਲੇਵਨ ਤੇ ਹਟ ਜਾਵੇ। ਜੇਕਰ ਕੋਈ ਭਲੇ ਬੰਦੇ ਦਾ ਬੁਰਾ ਕਰੇ, ਅੱਗੋਂ ਭਲਾ ਬੰਦਾ ਨੂੰ ਕੁਝ ਨਾ ਕਹੇ, ਹੁਣ ਭਲਾ ਬੰਦਾ ਚੁੱਪ ਕਰ ਜੇ, ਇਸ ਕਰਕੇ ਕਿ ਕਿਉਂ ਲੜਾਈ ਝਗੜੇ 'ਚ ਪੈਣਾ ਹੈ। ਫੇਰ ਕਰੇ ਤੋ ਕਰ ਹੈ, ਤੋ ਭਲਾਈ ਬਹੁ ਦੁਖ ਭਰ ਹੈ। ਲੇਕਿਨ ਬੁਰਾ ਬੰਦਾ ਫਿਰ ਵੀ ਭਲੇ ਨੂੰ ਤੰਗ ਕਰੀ ਜਾਏ, ਦੁਖੀ ਕਰੀ ਜਾਏ ਜੇ। ਕਰਨੇ ਜੋਗਾ ਰਹਿ ਨਾ ਸੋਊ, ਆਪੇ ਹੀ ਮਰ ਜਾਏ ਸੋਊ। ਉਹ ਜਿਹੜਾ ਵਾਰ-ਵਾਰ ਬੁਰਾ ਕਰਦਾ ਹੈ ਨਾ, ਕੋਈ ਸਮਾਂ ਆਉਂਦਾ ਕਿ ਉਹ ਬੁਰਾ ਕਰਨ ਜੋਗਾ ਵੀ ਨਹੀਂ ਰਹਿੰਦਾ। ਭਲਾ ਤੇ ਉਹਨੇ ਕੀ ਕਰਨਾ ਹੈ, ਉਹ ਬੁਰਾ ਕਰਨ ਜੋਗਾ ਵੀ ਨਹੀਂ ਰਹਿੰਦਾ, ਉਹ ਬੁਰੇ ਕੰਮ ਕਰਦਾ ਕਰਦਾ ਆਪੇ ਹੀ ਮਰ ਜਾਂਦਾ ਹੈ। ਜੈਸੀ ਕਰੇ ਸੋ ਤੈਸੀ ਪਾਵੇ, ਗੁਰ ਸਥਾਨ ਨੀਵੋ ਬਿਰਦਾਵੇ। ਇਸ ਕਰਕੇ ਜੋ ਬੰਦਾ ਕੰਮ ਕਰਦਾ ਹੈ, ਗੁਰਬਾਣੀ ਦਾ ਇਹ ਨਿਯਮ ਹੈ ਕਿ ਜਿਹਾ ਬੀਜੈ ਸੋ ਲੁਣੇ, ਕਰਮਾ ਸੰਧੜਾ ਖੇਤ। ਜੋ ਅਸੀਂ ਕਰਾਂਗੇ ਨਾ, ਦਰਅਸਲ ਹਰ ਕਰਮ ਜਿਹੜਾ ਸਾਡਾ ਬੀਜ ਹੈ, ਚੰਗੇ ਬੀਜਾਂਗੇ ਤੇ ਉਹਦਾ ਵੀ ਫਲ ਮਿਲੇਗਾ, ਜ਼ਰੂਰ ਮਿਲੇਗਾ। ਮਾੜੇ ਬੀਜਾਂਗੇ ਤੇ ਉਹਨਾਂ ਦਾ ਫਲ ਵੀ ਮਿਲੇਗਾ। ਇਹ ਨਹੀਂ ਹੈ ਕਿ ਮੈਂ ਧਾਰਮਿਕ ਹਾਂ, ਮੈਂ ਕੰਮ ਮਾੜੇ ਕਰਾਂ ਤੇ ਮੈਂ ਕਹਾਂ ਕਿ ਮੇਰਾ ਕੰਮ ਜਿਹੜਾ ਵਧੀਆ ਬਣ ਜਾਏਗਾ, ਜਾਂ ਮੈਂ ਮਾੜੇ ਕੰਮ ਕਰਕੇ ਧਰਮ ਦਾ ਆਸਰਾ ਲੈ ਲਵਾਂ, ਕਿਤੇ ਅਰਦਾਸਾਂ ਕਰਾਂ ਤੇ ਵਧੀਆ ਬਣ ਜਾਏਗਾ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਈਂ ਦਾ ਪਹਿੰਦਾ ਲੋੜੈ ਪੱਟ। ਇਸ ਕਰਕੇ ਕਿੱਕਰਾਂ ਦੇ ਬੀਜ ਕੇ ਕਦੀ ਪੱਟ ਰੇਸ਼ਮ ਨਹੀਂ ਮਿਲ ਸਕਦਾ, ਉੱਥੋਂ ਤੋਂ ਕਿੱਕਰਾਂ ਦੇ ਕੰਡੇ ਹੀ ਮਿਲਣਗੇ। ਜਿਹੜਾ ਬੁਰੇ ਕਰਮ ਕਰਦਾ ਇਹ ਠੀਕ ਹੈ, ਕਈ ਵਾਰੀ ਭਲੇ ਲੋਕ ਕਿਸੇ ਮਜਬੂਰੀ ਕਰਕੇ ਨਹੀਂ ਬੋਲਦੇ, ਜਾਂ ਉਹਨਾਂ ਦਾ ਸੁਭਾਅ ਹੈ ਉਹ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ, ਲੜਾਈ ਝਗੜੇ 'ਚ ਨਹੀਂ ਪੈਣਾ ਚਾਹੁੰਦੇ। ਪਰ ਆਖਰ ਪ੍ਰਮਾਤਮਾ ਤੇ ਹੈ, ਕੁਦਰਤ ਦਾ ਕੋਈ ਸਿਧਾਂਤ ਵੀ ਤੇ ਹੈਗਾ ਨਾ, ਜਿਸ ਦਾ ਕੋਈ ਨਹੀਂ ਉਹਦਾ ਤੇ ਪ੍ਰਮਾਤਮਾ ਹੈ ਹੀ ਹੈ ਨਾ। ਇਸ ਕਰਕੇ ਗੁਰਬਾਣੀ 'ਚ ਅਸੀਂ ਪੜ੍ਹਦੇ ਥਾਂ ਥਾਂ ਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀ ਬੰਦਾ ਜਿਹੜਾ ਹੈ ਉਹਨੂੰ ਆਖਰ ਝੁਕਣਾ ਪੈਂਦਾ, ਤਬਾਹ ਹੋਣਾ ਪੈਂਦਾ। ਇਹ ਸੰਤ ਨੇ ਇਸ ਤਰ੍ਹਾਂ ਕਹਿਤਾ ਵੀ ਜਿਹੜਾ ਉਸ ਵਿਅਕਤੀ ਦਾ ਜਿਹੜਾ ਭਲਾ ਕਰਦਾ ਹੈ ਉਹਦਾ ਵਾਰ-ਵਾਰ ਬੁਰਾ ਕਰੇ। ਸਤਿਗੁਰੂ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਨਿਰਵੈਰੇ ਸੰਗ ਜੇ ਵੈਰ ਰਚਾਏ, ਆਪਣੇ ਘਰ ਲੂਕੀ ਲਾਏਂਦਾ। ਜਿਹੜਾ ਨਿਰਵੈਰ ਬੰਦਿਆਂ ਦੇ ਨਾਲ ਵੈਰ ਕਰਦਾ ਹੈ ਬਿਨਾਂ ਕਾਰਨ ਤੋਂ, ਉਹ ਸਮਝੋ ਆਪਣੇ ਘਰ 'ਚ ਹੀ ਚੁਆਤੀ ਲਾਈ ਜਾ ਰਹੀ ਹੈ, ਉਹ ਆਪਣੇ ਘਰ ਨੂੰ ਸਾੜ ਰਿਹਾ ਹੈ। ਤੇ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਤਾਂ ਦੇਖੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ। ਉਹਨਾਂ ਲੋਕਾਂ ਦੇ ਕਿੰਨੇ ਵੱਡੇ ਭਾਗ ਹੋਣਗੇ ਜਿੱਥੇ ਜਿੱਥੇ ਸਤਿਗੁਰੂ ਸਾਹਿਬ ਜੀ ਬੈਠ ਗਏ ਜਾਂ ਗੁਰੂ ਕੇ ਸਥਾਨ ਬਣ ਗਏ। ਦੇਖੋ ਬੇਅੰਤ ਲੋਕਾਂ ਨੂੰ ਕਿੰਨੇ ਸਨਮਾਨ ਦੇ ਨਾਲ ਭੋਜਨ ਪਾਣੀ ਮਿਲਦਾ ਹੈ, ਬੇਅੰਤ ਲੋਕਾਂ ਨੂੰ ਪਰਮਾਤਮਾ ਦਾ ਉਪਦੇਸ਼ ਮਿਲਦਾ ਹੈ, ਹਰ ਮਨੁੱਖ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ। ਇਸ ਧਰਤੀ ਤੇ ਕਿਸੇ ਗੈਰ ਮਨੁੱਖ ਨੂੰ ਕੁਝ ਸਨਮਾਨ ਦੇਵੇ, ਇਹ ਕੋਈ ਨਿੱਕੀ ਜਿਹੀ ਘਟਨਾ ਨਹੀਂ ਹੈ। ਲੇਕਿਨ ਗੁਰੂ ਘਰ ਜਿੱਥੇ ਤੇ ਗੁਰੂ ਸਾਹਿਬ ਜੀ ਆਪ ਵੀ ਬੈਠੇ ਸਨ, ਉਦੋਂ ਬਾਅਦ ਜਾਂ ਗੁਰੂ ਸਾਹਿਬ ਜੀ ਦੇ ਨਾਂ ਤੇ ਜਿੱਥੇ ਵੀ ਗੁਰੂ ਅਸਥਾਨ ਬਣੇ ਨੇ, ਉੱਥੇ ਖੱਤਰੀ ਬ੍ਰਾਹਮਣ ਸੂਦਰ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ। ਪਰ ਕਿਉਂਕਿ ਕੁਝ ਲੋਕਾਂ ਦਾ ਕੰਮ ਹੀ ਬੁਰਾ ਕਰਮ ਕਰਨਾ, ਸੁਭਾਅ ਬਣ ਜਾਂਦਾ ਹੈ ਉਹਨਾਂ ਦਾ, ਉਹ ਨਿਤ ਬੁਰਾ ਕਰਮ ਹੀ ਕਰਦੇ ਨੇ, ਔਰ ਉਹ ਧਰਮ ਸਥਾਨਾਂ ਤੇ ਕਿਹਾ ਵੀ ਬੁਰਾਈ ਚਿਤਵਦੇ ਰਹਿੰਦੇ ਨੇ, ਭਲਿਆਂ ਦੇ ਵਿਰੁੱਧ ਵੀ ਉਹ ਬੁਰਾਈ ਕਰਦੇ ਰਹਿੰਦੇ ਨੇ। ਤੇ ਅਜਿਹੇ ਲੋਕਾਂ ਦੇ ਹਾਲਾਤ ਇਹੋ ਹੀ ਹੁੰਦੇ ਨੇ। ਇਸ ਕਰਕੇ ਇਹ ਸੰਤ ਨੇ ਕਹਿ ਦਿੱਤਾ ਕਿ ਜਿਹੜਾ ਬੁਰਾ ਕਰਮ ਕਰਦਾ ਹੈ ਭਲੇ ਨਾਲ ਵੀ ਬੁਰਾ ਹੈ, ਆਖਰ ਉਹ ਬੁਰਾ ਕਰਮ ਕਰਨ ਜੋਗਾ ਵੀ ਨਹੀਂ ਰਹਿੰਦਾ, ਉਹਨੇ ਭਲਾ ਤੇ ਕੀ ਕਰਨਾ ਹੈ। ਸ਼੍ਰੀ ਪਰਮੇਸ਼ਰ ਹੈ ਸਮਰੱਥ, ਸੰਤਨ ਕੋ ਰਾਖਤ ਦੇ ਹੱਥ। ਉਹ ਪ੍ਰਮਾਤਮਾ ਬੜਾ ਸਮਰੱਥ ਹੈ ਭਾਈ,
ਉਹ ਆਪਣੇ ਪਿਆਰਿਆਂ ਨੂੰ ਹੱਥ ਦੇ ਕੇ ਰੱਖਦਾ ਹੈ। ਗੁਰੂ ਕੇ ਅੰਮ੍ਰਿਤ ਬਚਨ ਪੜ੍ਹਦੇ ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਰੱਬ ਦੇ ਸੰਤਾਂ ਨੂੰ ਦੁੱਖ ਮਿਲੇ ਨਾ, ਕਿਉਂਕਿ ਰੱਬ ਦੇ ਸੰਤ ਜਿਹੜੇ ਨੇ ਉਹ ਤੇ ਪ੍ਰਮਾਤਮਾ ਨੂੰ ਆਪਣਾ ਮਾਂ ਪਿਓ ਕਹਿੰਦੇ ਨੇ। ਉਹ ਤੇ ਰੋਜ਼ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ। ਜਦੋਂ ਪ੍ਰਮਾਤਮਾ ਨੂੰ ਇਹ ਸਭ ਕੁਝ ਦੇ ਦਿੱਤਾ ਹੈ ਤੇ ਫਿਰ ਪ੍ਰਮਾਤਮਾ ਦੇ ਬੱਚਿਆਂ ਨੂੰ ਕੋਈ ਤੰਗ ਕਰੇ ਤੇ ਪ੍ਰਮਾਤਮਾ ਨੂੰ ਕੋਈ ਸੁੱਖ ਥੋੜ੍ਹਾ ਪਹੁੰਚੇਗਾ। ਸੰਤਨ ਸੁਖ ਪਾਏ ਤੇ ਸੁਖੀ, ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਰੱਬ ਦੇ ਪਿਆਰਿਆਂ ਨੂੰ ਸੁੱਖ ਮਿਲੇ ਤੇ ਸੁੱਖ ਰੱਬ ਨੂੰ ਮਿਲਦਾ ਹੈ। ਕਹਿੰਦੇ ਇੱਕ ਫਕੀਰ ਤੁਰਿਆ ਜਾ ਰਿਹਾ, ਰੱਬ ਦਾ ਦਰਵੇਸ਼, ਰੱਬ ਦਾ ਪਿਆਰਾ, ਇੱਕ ਨਗਰ ਦੀਆਂ ਗਲੀਆਂ ਚੋਂ ਤੁਰਦੇ ਤੁਰਦੇ, ਉੱਚੀਆਂ ਅਟਾਰੀਆਂ ਸਨ, ਚੁਬਾਰੇ ਸਨ, ਉਹਦੇ ਨਜ਼ਰ ਪਈ ਉੱਪਰ ਇੱਕ ਨੌਜਵਾਨ ਬੀਬੀ ਖੜੀ ਹੈ, ਅਮੀਰ ਘਰਾਣੇ ਦੀ ਹੈ, ਅਮੀਰੀ ਦਾ ਬੜਾ ਹੰਕਾਰ ਹੈ। ਫਕੀਰ ਨੇ ਤੇ ਸੁਤੇ ਸਿੱਧਤਾ ਨੂੰ ਨਜ਼ਰ ਮਾਰੀ ਇਹ ਕਹਿਣ ਲੱਗੀ ਆਓ ਮਸਟੰਡਾ ਫਕੀਰ ਨਹੀਂ ਤੁਰਿਆ ਜਾਂਦਾ। ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਉਹ ਜਿਹੜਾ ਫਕੀਰ ਮਸਟੰਡਾ ਜਿਹਾ ਤੁਰਿਆ ਜਾਂਦਾ ਮੇਰੇ ਵੱਲ ਨੂੰ ਤਾਂ ਨੂੰ ਮੂੰਹ ਕਰਕੇ ਦੇਖਦਾ। ਘਰ ਵਾਲਾ ਵੀ ਕਮਲਾ ਸੀ, ਡਾਂਗ ਚੁੱਕੀ, ਫਕੀਰ ਨੂੰ ਪੁੱਛਿਆ ਕੁਝ ਨਹੀਂ, ਕੁੱਟਣਾ ਸ਼ੁਰੂ ਕਰਤਾ, ਕੁੱਟ ਕੇ ਲੰਮਿਆਂ ਪਾਤਾ ਚੌਂਕ ਦੇ ਵਿੱਚ। ਉਹਨੇ ਬਥੇਰਾ ਕਿਹਾ ਉਹ ਮੇਰਾ ਕਸੂਰ ਕੀ ਹੈ, ਮੈਂ ਤੇ ਕਿਹਾ ਹੀ ਕਿਸੇ ਨੂੰ ਕੁਝ ਨਹੀਂ ਹੈ, ਪਰ ਸੁਣਦਾ ਕੌਣ ਹੈ? ਕਿਉਂਕਿ ਬੰਦਾ ਅੰਨਾ ਬੋਲਾ ਹੋ ਜਾਂਦਾ ਜਦੋਂ ਉਹਦੇ ਸੁਰਤ 'ਚ ਮਾਇਆ ਵਸ ਜਾਏ, ਤਾਕਤ ਵਸ ਜਾਏ, ਫਿਰ ਅੰਨਾ ਬੋਲਾ ਹੋ ਜਾਂਦਾ। ਉਹ ਕਿਸੇ ਦੀ ਪੁਕਾਰ ਚੀਫਕਾਰ ਨਹੀਂ ਸੁਣਦਾ। ਸੁਣਿਆ ਨਾ, ਮਾਰ ਕੁੱਟ ਕੇ ਤੁਰਿਆ, ਭੱਜੋ ਦਾਹੀ ਭੱਜਾ ਜਾਂਦਾ, ਪੌੜੀਆਂ ਚੱਲਣ ਲੱਗਾ, ਉੱਪਰੋਂ ਜਾ ਕੇ ਪੈਰ ਤਲ ਕੇ ਡਿੱਗ ਪਿਆ, ਲੱਤ ਟੁੱਟ ਗਈ, ਤੜਫਣ ਲੱਗ ਪਿਆ। ਉਹ ਬੀਬੀ ਹੇਠਾਂ ਆਈ ਭੱਜੀ ਰੋਣ ਲੱਗ ਪਈ, ਦੁਨੀਆ ਇਕੱਠੀ ਹੋ ਗਈ, ਕਹਿਣ ਲੱਗੀ ਕਿ ਇਸ ਫਕੀਰ ਦੀ ਬਦ ਦਵਾ ਲੱਗ ਗਈ ਹੈ। ਇਕੱਠੀ ਹੋ ਕੇ ਕਹਿਣ ਲੱਗੀ ਫਕੀਰ ਨੂੰ ਭਾਈ ਮੇਰੇ ਇਸ ਘਰ ਵਾਲੇ ਨੂੰ ਬਚਾ ਲੈ। ਫਕੀਰ ਨੇ ਇੱਕ ਬੜੀ ਪਿਆਰੀ ਗੱਲ ਕਹੀ ਕਿ ਭਾਈ ਗੱਲ ਇਹ ਹੈ ਕਿ ਮੈਂ ਤੇ ਸੁੱਤੇ ਸੇ ਤੁਰਿਆ ਜਾਂਦਾ ਸੀ, ਤੇਰੇ ਘਰ ਵਾਲੇ ਨੂੰ ਮੇਰੇ ਤੇ ਗੁੱਸਾ ਆਇਆ, ਤੇਰੇ ਮਾਲਕ ਨੂੰ ਨੇ ਮੈਨੂੰ ਕੁੱਟਤਾ, ਤੇ ਮੇਰਾ ਵੀ ਤੇ ਕੋਈ ਮਾਲਕ ਹੈ ਹੀ ਆ ਨਾ। ਹੁਣ ਮੇਰੇ ਮਾਲਕ ਨੂੰ ਗੁੱਸਾ ਆਇਆ, ਉਹਨੇ ਵੀ ਕੱਢ ਲਿਆ। ਇਹ ਤੇ ਮਾਲਕਾਂ ਦਾ ਝਗੜਾ ਸਾਨੂੰ ਵਿੱਚ ਨਾ ਪਾ ਤੂੰ, ਹੁਣ ਇਹ ਮਾਲਕ ਹੀ ਨਜਿੱਠਣਗੇ। ਇਸ ਕਰਕੇ ਮਾਲਕ ਹੈ, ਮਨੁੱਖਤਾ ਦਾ ਮਾਲਕ ਕੋਈ ਹੈ। ਮਤਾਂ ਕੋਈ ਸੋਚੇ ਕਿ ਤਾਕਤ ਹੈ ਜੋ ਮਰਜ਼ੀ ਕਰ ਲਈਏ, ਜਾਂ ਸਾਡੇ ਕੋਲ ਪਾਵਰ ਹੈ ਜੋ ਮਰਜ਼ੀ ਕਰ ਲਈਏ। ਵੱਡੇ ਵੱਡੇ ਤਾਕਤਵਰ ਜਿਹੜੇ ਹੁੰਦੇ ਨੇ, ਰਾਵਣ ਵਰਗੇ ਇਸ ਧਰਤੀ ਤੇ ਆਏ, ਆਖਰ ਉਹ ਸਮਾਂ ਆਇਆ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕ ਹਾਈ, ਕਹਾਂ ਪਿਓ ਦਰ ਬੰਦੇ ਹਾਥੀ, ਖਿਨ ਮੈਂ ਪਈ ਪੜਾਈ। ਸੋਨੇ ਦੀ ਲੰਕਾ ਸੀ ਰਾਵਣ ਦੀ, ਬੜਾ ਸਮਰੱਥ ਸੀ, ਬੜਾ ਵਿਦਵਾਨ ਸੀ, ਔਰ ਬੜਾ ਹੀ ਇਵੇਂ ਕਹਿ ਲੋ ਕਿ ਇਹ ਕਿੰਨਾ ਕੁ ਅਮੀਰ ਮੁਲਕ ਹੋਏਗਾ ਜਿੱਥੇ ਸੋਨੇ ਦੀ ਲੰਕਾ ਹੋਏਗੀ। ਸੋਨੇ ਦੀ ਅਰਥ ਹੈ ਕਿ ਬਹੁਤ ਹੀ ਅਮੀਰ ਸੀ ਉਹਦਾ ਕੰਟਰੀ, ਤਕਨੀਕ ਵਿੱਚ ਬੜਾ ਅੱਗੇ ਸੀ। ਅਸੀਂ ਤੇ ਰਾਵਣ ਨੂੰ ਦਰਅਸਲ ਐਵੇਂ ਜਿਹਾ ਬਣਾ ਕੇ, ਕਿਉਂਕਿ ਮਖੌਲ ਬਣਾ ਕੇ, ਰਾਵਣ ਬਹੁਤ ਵਿਦਵਾਨ ਸੀ। 10 ਸਿਰ ਨਹੀਂ, 10 ਸਿਰ ਕਦੀ ਕਿਸੇ ਸਰੀਰ ਤੇ ਨਹੀਂ ਹੋ ਸਕਦੇ, ਗੈਰ ਕੁਦਰਤੀ ਗੱਲ ਹੈ। ਉਸ ਕੋਲ 10 ਵਿਦਵਾਨ ਪੰਡਤਾਂ ਜਿੰਨਾ ਗਿਆਨ ਕੱਲੇ ਕੋਲ ਸੀ। 10 ਵਿਦਵਾਨ ਪੰਡਤਾਂ ਜਿੰਨਾ ਕੱਲੇ ਕੋਲ ਗਿਆਨ ਸੀ, ਐਡਾ ਵੱਡਾ ਵਿਦਵਾਨ ਸੀ। ਇਸੇ ਤਰੀਕੇ ਨਾਲ ਗੁਰਬਾਣੀ ਕਹਿੰਦੀ ਚੰਦ ਸੂਰਜ ਜਾ ਕੀ ਤਪ ਤਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਅਸੀਂ ਹੁਣ ਕਹਿੰਦੀ ਜੀ 21ਵੀਂ ਸਦੀ 'ਚ ਪਹੁੰਚ ਗਏ, ਸੋਲਰ ਪਾਵਰ ਆ ਗਈ। ਉਹ ਤੇ ਉਦੋਂ ਸਭ ਕੁਝ ਹੈਗਾ ਸੀ। ਚੰਦਰਮਾ ਸੂਰਜ ਨਾਲ ਚੱਲਣ ਵਾਲੀਆਂ ਮਸ਼ੀਨਾਂ ਉਹਦੇ ਕੋਲ ਉਦੋਂ ਨੇ, ਸੂਰਜ ਦੇ ਨਾਲ ਸੋਲਰ ਸਿਸਟਮ ਉਹਦੇ ਕੋਲ ਹੈਗਾ ਸੀ। ਰਾਵਣ ਕੋ ਮਾਮੂਲੀ ਇਨਸਾਨ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਦੂਜਿਆਂ ਨੂੰ ਨੀਵੇਂ ਦਰਸਾਉਣਾ ਸਾਡੇ ਮੁਲਕ ਦੇ ਲੋਕਾਂ ਦਾ ਇੱਕ ਸੁਭਾਅ ਬਣ ਗਿਆ। ਵਿਦਵਾਨ ਸੀ ਬੜਾ ਤਗੜਾ। ਕਦੀ ਸਾਊਥ ਵਿੱਚ ਜਾਓ ਨਾ, ਉੜੀਸਾ ਦੇ ਲੋਕਾਂ ਨੂੰ ਪੁੱਛੋ, ਉਹ ਤੁਹਾਨੂੰ ਦੱਸਣਗੇ ਕਿ ਰਾਵਣ ਇੱਕ ਮਹਾਤਮਾ ਸੀ। ਉਹ ਉਸ ਨੂੰ ਪੂਜਦੇ ਨੇ, ਉੜੀਸਾ ਦੇ ਲੋਕ ਜਿਹੜੇ ਨੇ ਜਾਂ ਲੰਕਾ ਦੇ ਲੋਕ ਜਿਹੜੇ ਉਹਨੂੰ ਪੂਜਦੇ ਨੇ। ਦਰਅਸਲ ਸਾਊਥ ਵਾਲਿਆਂ ਦਾ ਤੇ ਨਾਰਥ ਵਾਲਿਆਂ ਦਾ ਝਗੜਾ, ਇੱਧਰ ਆਰੀਅਨ ਲੋਕ ਆਏ, ਉਧਰ ਜਿਹੜੇ ਸਨ ਉਧਰ ਦੇ ਲੋਕ ਦਰਾਵੜ, ਉਹਨਾਂ ਦੇ ਨਾਲ ਅੱਜ ਤੱਕ ਵੀ ਆਪਾਂ ਦੇਖਦੇ ਇਹ ਲੜਾਈ ਝਗੜਾ ਚੱਲਿਆ ਜਾਂਦਾ, ਇੱਕ ਵੱਖਰਾ ਸਬਜੈਕਟ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਵੱਡੇ ਵੱਡੇ ਹੰਕਾਰੀ ਲੋਕ ਜਿਹੜੇ ਇਸ ਧਰਤੀ ਤੋਂ ਚਲੇ ਗਏ। ਇਸੇ ਤਰੀਕੇ ਨਾਲ ਇਹ ਸੰਤ ਨੇ ਇੱਕ ਗੱਲ ਕਹੀ ਕਿ ਜਿਹੜਾ ਦੂਜਿਆਂ ਦਾ ਬਿਨਾਂ ਕਾਰਨ ਤੋਂ ਬੁਰਾ ਕਰਦਾ ਹੈ ਨਾ, ਸਮਾਂ ਆਉਣ ਤੇ ਉਹ ਬੁਰਾ ਕਰਨ ਜੋਗਾ ਵੀ ਨਹੀਂ ਰਹਿੰਦਾ, ਉਹਨੇ ਭਲਾ ਤੇ ਕੀ ਕਰਨਾ ਹੈ। ਸ਼੍ਰੀ ਪਰਮੇਸ਼ਰ ਹੈ ਸਮਰੱਥ, ਸੰਤਨ ਕੋ ਰਾਖਤ ਦੇ ਹੱਥ। ਉਹ ਪ੍ਰਮਾਤਮਾ ਬਹੁਤ ਸਮਰੱਥ ਹੈ ਭਾਈ, ਉਹ ਤੇ ਆਪਣੇ ਸੰਤਾਂ ਨੂੰ ਹੱਥ ਦੇ ਕੇ ਰੱਖਦਾ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਉਹ ਕਿਵੇਂ ਦੁਖੀ ਹੋ ਸਕਦਾ ਹੈ। ਜਿਨ ਕੇ ਐਸੇ ਭਇਓ ਗਿਆਨਾ ਸੇਵੈ, ਗੁਰੂ ਭਾਵ ਧਰ ਨਾਨਾ। ਜਿਨ੍ਹਾਂ ਦੇ ਮਨ ਚ ਅਜਿਹਾ ਗਿਆਨ ਹੈ, ਉਹ ਬੜੀ ਭਾਵਨਾ ਤੇ ਸ਼ਰਧਾ ਨਾਲ ਗੁਰੂ ਸਾਹਿਬ ਦੀ ਸੇਵਾ ਕਰਦੇ ਹਨ। ਕਈ ਸੰਤੋਖ ਸਿੰਘ ਇਹ ਕਥਾ, ਜਿਨਹਿ ਸੁਣੀ ਤਿਨ ਕਾਲ ਨਾ ਮਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਇਹ ਮੈਂ ਗੁਰੂ ਕੀ ਕਥਾ ਆਪ ਜੀ ਨੂੰ ਸੁਣਾਈ ਹੈ। ਗੁਰੂ ਕੀ ਕਥਾ ਜਿਹੜਾ ਸਰਵਣ ਕਰੇਗਾ,
ਗੁਰੂ ਕੀ ਕਥਾ ਅਰਥ ਕਿ ਗੁਰੂ ਕਾ ਉਪਦੇਸ਼, ਗੁਰੂ ਨੇ ਜੋ ਸਾਨੂੰ ਗਿਆਨ ਦਿੱਤਾ ਹੈ ਗੁਰਬਾਣੀ ਰਾਹੀਂ, ਜਿਹੜਾ ਇਹ ਗੁਰੂ ਕੀ ਕਥਾ ਸੁਣੇਗਾ ਉਹ ਵੀ ਕਾਲ ਦੇ ਅਸਰ ਤੋਂ ਉੱਚਾ ਉੱਠ ਜਾਏਗਾ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮਦਾਨ, ਸਿੱਖੀ ਸਿਦਕ ਭਰੋਸਾ ਬਖਸ਼ ਕੇ ਕਿਰਤਾਰਥ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।